अपना रिस्क-वन दी। हाँ जी, मसीलिया वैरायटी है रिस्क-वन। सैकेंड जिहड़ी इहदी येलो हुंदी आ वो हैगी बचाटा। रिस्क-वन दे बड़े अच्छे सीड्स आ। बेसिकली की है इहदी जो शेल्फ लाइफ है वो बहुत अच्छी है। फिर जिवें हॉलैंड की वैरायटी है इत्थे ते उत्थे दे क्लाइमेट दे विच बहुत ज़्यादा फर्क है, फिर ये किवें इधर इहदी काश्त किवें हुंदी है? ये ज़रूरी नहीं है कि जी ये हॉलैंड वाले अगर कोई कैप्सिकम का सीड बना रहे कि उस कंट्रीज़ ये प्रोड्यूस करते हैं। ये सारी जगह लैके चलते हैं कि भी जिन्नी ज़्यादा टैंपरेचर वाला मौसम हैगा तो उत्थे भी ये सर्वाइव कर सकती है कि नहीं कर सकती। जो तुसी रूट ग्रोथ वधिया होएगी, प्लांट में न्यूट्रीशन पूरी मिलेगी, तां ही प्लांट की हाइट जानी है। और ये सिस्टम यही होंगे जी कि थल्लों लगनी शुरू हो जाती है नोड, जो नोड इस तरह करके लगती जाती है, तोड़ती है। हुण देखो तुसी वो इस टाइम जी आ हाइट है ये 8 फुट तो उपर है जी हाइट चलेगी। कीमत की गल की है, जी आम जी हरी है इंडियन वैरायटी है, की कीमत है और यदि की इंडियन वैरायटी जी मेरे ख्याल 1 तो 1.5 रुपए का पर सीड है। यदा 5.5 तो 6 रुपए चले जाता जी सीड का रेट। हाँ जी, एक सीड का। ਅਸੀਂ ਫਿਰ भी 8 ਲੱਖ ਦੀ ਕਰੋਪ ਪਰ ਏਕੜ 8-9 ਦੀ ਕੱਢ ਲਈ ਹੈ ਤੇ ਚੰਗੇ ਟਾਈਮ ਤੇ 15 ਤੱਕ ਵੀ ਚਲੇ ਗਏ ਹਾਂ। ਮੇਰੀ ਤਕਰੀਬਨ 100% ਕਰੋਪ ਮੈਂ ਇੱਥੇ ਹੀ ਵੇਚਦਾ ਖੜਾ ਹੋ ਕੇ ਜੀ ਟੈਲੀਫੋਨ ਤੇ। ਅੱਛਾ ਜੀ। ਮੈਂ ਅੱਜ ਤੱਕ ਓਪਨ ਮੰਡੀ 'ਚ ਨਹੀਂ ਗਿਆ। ਸੈਕੰਡਲੀ ਮਾਰਕੀਟ ਇਹ ਹੈ ਕਿ ਤੁਹਾਡੀ ਕੁਆਲਿਟੀ ਬਹੁਤ ਵਧੀਆ ਹੋਣੀ ਚਾਹੀਦੀ ਹੈ। ਬੈਸਟ ਸਭ ਤੋਂ ਜਿਹੜਾ ਫਸਟ ਹੈ ਤੁਹਾਡੀ ਕੁਆਲਿਟੀ ਅਸ਼ੋਰਡ ਹੋਣੀ ਚਾਹੀਦੀ ਹੈ। ਅਗਰ ਤੁਸੀਂ 1 ਟਨ ਵੀ ਮਾਲ ਭੇਜ ਰਹੇ ਹੋ ਉਹਦੇ 'ਚ ਤੁਹਾਡਾ 1 ਟਨ ਤੁਹਾਨੂੰ ਇਹ ਅਸ਼ੋਰਡ ਹੋਵੇ ਵੀ ਇਹਦੇ 'ਚ ਕੋਈ ਖਰਾਬ ਦਾਣਾ ਨਹੀਂ। ਤਾਂ ਜਿਵੇਂ ਪੋਲੀ ਹਾਊਸ ਲਗਾਇਆ, ਇੰਨਾ ਵੱਡਾ ਖਰਚਾ ਵੀ ਕੀਤਾ ਹੈ, ਸਰਕਾਰਾਂ ਵੱਲੋਂ ਮਦਦ ਮਿਲਦੀ ਹੈ? ਸਰਕਾਰ ਬਹੁਤ ਸਾਰੀਆਂ ਕਹਿੰਦੀ ਸਬਸਿਡੀ ਵੀ ਦਿੰਦੇ ਆ ਅਸੀਂ, ਬਹੁਤ ਤਰ੍ਹਾਂ ਦੀਆਂ ਹੋਰ ਸਹੂਲਤਾਂ ਵੀ ਕਿਸਾਨ ਨੂੰ ਦੇਖੋ ਜੀ ਸਰਕਾਰ ਨੇ ਜਦੋਂ ਮੇਰੇ ਲੱਗੇ ਆ ਇਹ ਸਾਰਿਆਂ ਤੇ ਸਬਸਿਡੀ ਉਸ ਟਾਈਮ ਮਿਲੀ ਹੈ। ਕੋਈ ਇਹੋ ਜਿਹੀ ਗੱਲ ਨਹੀਂ। ਹਰ ਸਾਲ ਜਿੰਨੇ 1 ਏਕੜ ਲਾਇਆ 2 ਏਕੜ ਲਾਇਆ ਉਸ 'ਤੇ ਪ੍ਰੋਪਰ 50% ਦੀ ਸਬਸਿਡੀ ਹੈ ਪੰਜਾਬ 'ਚ। 50% ਮਿਲਦੇ ਆ ਜੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਜੇਕਰ ਇਨਸਾਨ ਦੇ ਵਿੱਚ ਕੁਝ ਕਰਨ ਦੀ ਹਿੰਮਤ ਹੈ ਤਾਂ ਕਾਮਯਾਬੀ ਉਸ ਦੇ ਕਦਮਾਂ 'ਚ ਖੁਦ ਆ ਜਾਂਦੀ ਹੈ। ਕਿਸਾਨੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਅਜਿਹੇ ਹੀ ਬਹੁਤ ਸਾਰੇ ਹਿੰਮਤੀ ਕਿਸਾਨ ਨੇ ਜਿਨ੍ਹਾਂ ਦੇ ਵੱਲੋਂ ਕਣਕ ਤੇ ਝੋਨੇ ਦੇ ਫਸਲੀ ਚੱਕਰ 'ਚੋਂ ਨਿਕਲਣ ਦੇ ਯਤਨ ਕੀਤਾ ਤਾਂ ਉਹ ਕਾਮਯਾਬ ਵੀ ਹੋਏ। ਹੋਰ ਫਸਲਾਂ ਅਪਣਾਈਆਂ, ਕਿਤੇ ਸੇਬਾਂ ਦੀ ਬਾਗਵਾਨੀ ਚੱਲੀ ਤੇ ਕਿਤੇ ਸਬਜ਼ੀਆਂ ਦੀਆਂ ਵੈਰਾਈਟੀਆਂ ਲਿਆ ਕੇ ਲਗਾਈਆਂ ਗਈਆਂ। ਅੱਜ ਅਸੀਂ ਇੱਕ ਪੋਲੀ ਹਾਊਸ ਦੇ ਵਿੱਚ ਮੌਜੂਦ ਹੈ। ਪੰਜਾਬ ਦਾ ਸਭ ਤੋਂ ਵੱਡਾ ਇਹ ਪੋਲੀ ਹਾਊਸ ਹੈ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ, ਜਿੱਥੇ ਵਿਦੇਸ਼ੀ ਕੈਪਸਿਕਮ, ਵਿਦੇਸ਼ੀ ਸ਼ਿਮਲਾ ਮਿਰਚ ਦੀ ਖੇਤੀ ਕੀਤੀ ਜਾ ਰਹੀ ਹੈ ਕਿਸਾਨ ਹਰਬਿੰਦਰ ਸਿੰਘ ਸੰਧੂ ਹੋਰਾਂ ਦੇ ਵੱਲੋਂ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ, ਕਿਸ ਤਰੀਕੇ ਦੀ ਇਹ ਕਾਸ਼ਤ ਹੈ, ਕਿਸ ਤਰੀਕੇ ਦਾ ਮੁਨਾਫਾ ਹੈ, ਕੀ ਇਹਦੇ ਵਿੱਚ ਦਿੱਕਤਾਂ ਆਉਂਦੀਆਂ ਨੇ। ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਹਮਦਰਦ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਆਪਾਂ ਦੇਖ ਰਹੇ ਹਾਂ ਜੀ ਐਡਾ ਵੱਡਾ ਪੋਲੀ ਹਾਊਸ ਤੁਸੀਂ 7, 8, 11 ਮੈਨੂੰ ਲੱਗਦਾ ਨੇੜੇ ਲਾਏ ਹੈ, ਸਭ ਤੋਂ ਵੱਡਾ ਪੰਜਾਬ ਦਾ ਇਹ ਪੋਲੀ ਹਾਊਸ ਹੈ। ਇਹ ਕਿਵੇਂ ਆਈਡੀਆ ਆਇਆ ਸੀ ਔਰ ਕਿਹੜੀ ਵੈਰਾਈਟੀ ਸ਼ਿਮਲਾ ਮਿਰਚ ਦੀ ਤੁਸੀਂ ਇੱਥੇ ਲਗਾ ਰਹੇ ਹੋ? ਇਹ ਸਟਾਰਟਿੰਗ ਕੀਤੀ ਸੀ ਜੀ 2008 ਵਿੱਚ। 1-2 ਜਗ੍ਹਾ ਪਹਿਲਾਂ ਹਿਮਾਚਲ 'ਚ ਗਏ ਸੀ, ਸਾਡੇ ਫਰੈਂਡ ਸਰਕਲ ਸੀਗਾ, ਉਹਨਾਂ ਕੋਲੋਂ ਥੋੜ੍ਹਾ ਪਤਾ ਲੱਗਾ ਕਿ ਵੀ ਪੋਲੀ ਹਾਊਸਿਸ ਇੱਥੇ ਲਾਏ ਆ। ਬਟ ਸਾਨੂੰ ਪਹਿਲਾਂ ਲੱਗਦਾ ਸੀ ਕਿ ਵੀ ਹਿਮਾਚਲ 'ਚ ਹੀ ਹੋਣਗੇ ਸ਼ਾਇਦ ਲੋਅਰਸ, ਇੱਥੇ ਸਟੇਟ ਨਹੀਂ ਹੋ ਸਕਦਾ ਪੰਜਾਬ ਵਿੱਚ। ਬਟ ਚਲੋ ਅਸੀਂ ਸਟਾਰਟਿੰਗ ਕੀਤੀ 2008 'ਚ ਲਾਇਆ। ਪਹਿਲਾਂ ਕੈਪਸੀਕਮ ਦੀ ਕ੍ਰੌਪ ਲਾਈ, ਬਟ ਬੜੇ ਔਡ ਟਾਈਮ 'ਤੇ ਲਾ ਲਈ ਸੀ। ਜਦੋਂ ਤਿਆਰ ਹੋਇਆ ਅਸੀਂ ਪਹਿਲੀ ਸੋਇੰਗ ਮਾਰਚ ਅਪ੍ਰੈਲ 'ਚ ਕਰਤੀ। ਫਿਰ ਬਰਸਾਤਾਂ 'ਚ ਉਸ ਕ੍ਰੌਪ ਦੀ ਬੜੀ ਪ੍ਰੋਬਲਮ ਆਈ। ਫਿਰ ਹੌਲੀ ਹੌਲੀ ਟਾਈਮਿੰਗ ਪਤਾ ਲੱਗਾ, ਚੇਂਜ ਕਰਦੇ ਕਰਦੇ ਫਿਰ ਸੈਪਟੈਂਬਰ 'ਤੇ ਆਏ। ਫਿਰ ਪਿੱਛੇ ਆ ਕੇ ਅਗਸਤ 'ਚ ਆਏ। ਅਗਸਤ ਵੀ ਫਿਰ ਆ ਕੇ ਅਸੀਂ ਆਪਣੇ ਹਿਸਾਬ ਨਾਲ ਟਾਈਮਿੰਗ ਸੈੱਟ ਕੀਤੇ ਵੀ ਡੇਟਸ ਕਿਹੜੀਆਂ ਹੋਣੀ ਚਾਹੀਦੀਆਂ, ਆਈਡਲ ਡੇਟਸ ਜਿਹੜੀਆਂ।
ਕਿਉਂਕਿ ਹਰ ਕ੍ਰੌਪ ਦਾ ਡਿਫਰੈਂਟ ਟਾਈਮਿੰਗ ਟੈਂਪਰੇਚਰ ਸਭ ਕੁਝ ਹੁੰਦਾ ਹੈ। ਉਹ ਹੁਣ ਅਗਸਤ ਸਾਨੂੰ ਜ਼ਿਆਦਾ ਸੂਟ ਕੀਤਾ ਕਿ ਇਹਦੀ ਜੋ ਪ੍ਰੋਪਰ ਸੋਇੰਗ ਹੈ ਉਹ ਫਸਟ ਟੂ ਸੈਕੰਡ ਵੀਕ ਅਗਸਤ 'ਚ ਹੋਣੀ ਚਾਹੀਦੀ ਹੈ। ਵੈਰਾਈਟੀਜ਼ ਦੀ ਗੱਲ ਕੀਤੀ ਜਾਵੇ ਤਾਂ ਜੀ ਮੈਂ ਇੱਥੇ ਵੈਰਾਈਟੀਜ਼ ਦੇਖ ਰਿਹਾ, ਇਹ ਗ੍ਰੀਨ ਤੋਂ ਰੈੱਡ ਹੋ ਰਹੀ ਹੈ ਔਰ ਦੂਸਰੇ ਪੋਲੀ ਹਾਊਸ ਦੇ ਵਿੱਚ ਤੁਹਾਡੇ ਕੋਲ ਯੈਲੋ ਵੀ ਹੈਗੀ ਹੈ। ਇਹ ਵੈਰਾਈਟੀਜ਼ ਮੈਂ ਜਾਣਨਾ ਚਾਹੂੰਗਾ, ਇਹ ਕਿੱਥੋਂ ਵੈਰਾਈਟੀਜ਼ ਲਿਆਂਦੀਆਂ ਨੇ ਔਰ ਕਿਵੇਂ ਇਹਨਾਂ ਦੀ ਫਿਰ ਸਿਖਲਾਈ ਕਿਵੇਂ ਲਈ ਹੈ ਇਸ ਚੀਜ਼ ਦੀ? ਸੀਡਸ ਸ਼ੁਰੂ ਤੋਂ ਜਦੋਂ ਕੈਪਸੀਕਮ 'ਚ ਅਸੀਂ ਸ਼ੁਰੂ ਕੀਤਾ ਕੰਮ ਤੇ ਬੜੀ ਵੈਰਾਈਟੀ ਸ਼ੁਰੂ ਕੀਤੀਆਂ। ਇੰਡੀਅਨ ਸੀਡ ਸੀਗੇ, ਸਾਜੈਂਟਾ ਦਾ ਸੀ, ਹੋਰ 3-4 ਕਲੌਜ਼ ਕੰਪਨੀ ਇਹ ਉਹ ਅਸੀਂ ਕਾਫੀ ਲਾ ਕੇ ਦੇਖੀਆਂ। ਫਿਰ ਅਸੀਂ ਹੌਲੀ ਹੌਲੀ ਇੰਪੋਰਟਡ ਸੀਡ ਵੱਲ ਹੋਏ ਤੇ ਉਦੋਂ ਸ਼ੁਰੂ 'ਚ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਸੀਡ ਬਹੁਤ ਮਹਿੰਗਾ ਹੈਗਾ ਕਿ ਪਤਾ ਨਹੀਂ ਪੈਸੇ ਵੀ ਪੂਰੇ ਵਾਪਸ ਆਉਣੇ ਕਿ ਨਹੀਂ ਆਉਣੇ। ਬਟ ਜਦੋਂ ਅਸੀਂ ਟਰਾਇਲ ਕੀਤੇ ਔਰ ਲਗਾਏ, ਕੁਆਲਿਟੀ ਇਹਨਾਂ ਦੀ ਦੇਖੀ, ਮਾਰਕੀਟ ਐਕਸੈਪਟੈਂਸ ਦੇਖੀ ਕਿ ਵੀ ਇਹਦੀ ਜਿਹੜੀ ਮਾਰਕੀਟ 'ਚ ਦੂਜੀ ਇੰਨੀ ਛੇਤੀ ਨਹੀਂ ਵਿਕਦੀ ਹੈ, ਵਿਕਦੀ ਬਹੁਤ ਛੇਤੀ ਆ। ਫਿਰ ਨੈਕਸਟ ਇਹ ਜਿਹੜੀ ਵੈਰਾਈਟੀ ਮੇਰੇ ਹੱਥ 'ਚ ਆ ਇਹ ਹੈਗੀ ਆ ਜੀ ਆਪਣਾ ਰਿਸਕ-1 ਦੀ। ਹਾਂਜੀ, ਮਸੀਲੀਆ ਵੈਰਾਈਟੀ ਆ ਰਿਸਕ-1। ਸੈਕੰਡ ਜਿਹੜੀ ਇਹਦੀ ਯੈਲੋ ਹੁੰਦੀ ਆ ਉਹ ਹੈਗੀ ਬਚਾਟਾ। ਰਿਸਕ-1 ਦੇ ਬੜੇ ਅੱਛੇ ਸੀਡਸ ਆ। ਬੇਸਿਕਲੀ ਕੀ ਹੈ ਇਹਦੀ ਜੋ ਸ਼ੈਲਫ ਲਾਈਫ ਹੈ ਉਹ ਬਹੁਤ ਅੱਛੀ ਹੈ ਕਿ ਸਾਨੂੰ ਗਰਮੀਆਂ 'ਚ ਜਿਸ ਤਰ੍ਹਾਂ ਸਪਟੰਬਰ ਅਕਤੂਬਰ ਦੇ ਮਹੀਨੇ ਜਾਂ ਹੁਣ ਜਿਵੇਂ ਆ ਤੁਸੀਂ ਦੇਖ ਰਹੇ ਹੋ ਕਿ ਜੂਨ ਲਾਸਟ ਚੱਲ ਰਿਹਾ ਹੈ, ਆਲਰੇਡੀ ਸਾਡੇ ਬਾਹਰ ਟੈਂਪਰੇਚਰ 40 ਤੇ ਪੋਲੀ ਹਾਊਸ 'ਚ ਅੰਦਰ 45 47 ਤੱਕ ਚਲੇ ਜਾਂਦਾ, ਬਟ ਇਹ ਫਿਰ ਵੀ ਸਰਵਾਈਵ ਕਰ ਰਹੀ ਆ। ਜਿਹੜੀਆਂ ਕੋਈ ਹੋਰ ਵੈਰਾਈਟੀਜ਼ ਨੇ ਉਹ ਉਹਨਾਂ ਦੀ ਸ਼ੈਲਫ ਲਾਈਫ ਇੰਨੀ ਅੱਛੀ ਨਹੀਂ ਹੁੰਦੀ ਕਿ ਇਹ ਮਾਰਕੀਟ ਤੱਕ ਪਹੁੰਚਣ। ਇਸ ਕਰਕੇ ਇਹ ਵੈਰਾਈਟੀਜ਼ ਅਸੀਂ ਜ਼ਿਆਦਾ ਪ੍ਰੈਫਰ ਕਰਦੇ ਹਾਂ। ਸੀਡ ਜ਼ਰੂਰ ਮਹਿੰਗਾ ਹੈਗਾ ਬਟ ਨੋ ਡਾਊਟ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇੰਨਾ ਸਾਨੂੰ। ਇਹ ਜਿਵੇਂ ਇਹ ਹਾਲੈਂਡ ਦੀ ਵੈਰਾਈਟੀ ਹੈ ਜੀ ਤੁਹਾਡੇ ਕੋਲ? ਜੀ ਇਹ ਹਾਲੈਂਡ ਦੀ ਹੈ ਰਿਸਕ-1 ਤੇ ਇਹ ਜਿਵੇਂ ਹਾਲੈਂਡ ਦੀ ਵੈਰਾਈਟੀ ਹੈ ਇੱਥੇ ਤੇ ਉੱਥੇ ਦੇ ਕਲਾਈਮੇਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਫਿਰ ਇਹ ਕਿਵੇਂ ਇੱਧਰ ਇਹਦੀ ਕਾਸਟ ਕਿਵੇਂ ਹੁੰਦੀ ਹੈ? ਇਹ ਜ਼ਰੂਰੀ ਨਹੀਂ ਹੈਗੀ ਕਿ ਜੀ ਇਹ ਹਾਲੈਂਡ ਵਾਲੇ ਅਗਰ ਕੋਈ ਕੈਪਸਿਕਮ ਦਾ ਸੀਡ ਬਣਾ ਰਿਹਾ ਕਿ ਉਸੇ ਕੰਟਰੀਜ਼ 'ਚ ਇਹ ਪ੍ਰੋਡਿਊਸ ਕਰਦੇ ਆ। ਇਹ ਸਾਰੀ ਜਗ੍ਹਾ ਲੈ ਕੇ ਚੱਲਦੇ ਆ ਕਿ ਵੀ ਜਿੰਨੀ ਕਿ ਜ਼ਿਆਦਾ ਟੈਂਪਰੇਚਰ ਵਾਲਾ ਮੌਸਮ ਹੈਗਾ ਤੇ ਉੱਥੇ ਵੀ ਇਹ ਸਰਵਾਈਵ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ। ਇਹ ਸਾਰੇ ਰਿਸਰਚ ਹੁੰਦੀ ਜੀ ਇਹਨਾਂ ਦੀ। ਇਹ ਜ਼ਰੂਰੀ ਨਹੀਂ ਹੈ ਕਿ ਵੀ ਹਾਲੈਂਡ ਤੇ ਬੈਠੇ ਕਿ ਵੀ ਉਹਨਾਂ ਨੇ ਇੰਡੀਆ ਵਾਸਤੇ ਸੀਡ ਨਹੀਂ ਬਣਾਉਣਾ ਤੇ ਉਹ ਡੇ ਟੂ ਡੇ ਆਪਣਾ ਉਹਨਾਂ ਦੇ ਬੰਦੇ ਹੈਗੇ ਆ, ਚੱਕਰ ਮਾਰਦੇ ਆ, ਸਾਰਾ ਟ੍ਰਾਇਲਸ ਹੁੰਦੇ ਆ ਉਹਨਾਂ ਦੇ ਕਿ ਇਹ ਕਿੰਨੇ ਟੈਂਪਰੇਚਰ ਤੱਕ ਸਰਵਾਈਵ ਕਰ ਸਕਦੀ ਆ। ਸਾਰਾ ਕੁਝ ਟੈਸਟਿੰਗ ਹੁੰਦਾ ਜੀ ਪ੍ਰੋਪਰ। ਹੁਣ ਤੁਸੀਂ ਕਿੰਨੇ ਕੁ ਇੱਥੇ ਪੋਲੀ ਹਾਊਸ ਕਿੰਨੇ ਬਣਾਏ ਨੇ? ਪੰਜਾਬ ਤੋਂ ਸਭ ਤੋਂ ਵੱਡਾ ਇਹ ਫਾਰਮ ਹੈ ਜਿੱਥੇ ਕੈਪਸਿਕਮ ਦੀ ਖੇਤੀ ਹੋ ਰਹੀ ਹੈ। ਕਿੰਨੇ ਪੋਲੀ ਹਾਊਸ ਨੇ, ਕਿੰਨੇ ਏਕੜ ਦੇ ਵਿੱਚ ਕਰ ਰਹੇ ਹੋ? ਮੈਂ ਤਕਰੀਬਨ 5.5 ਏਕੜ 'ਚ 6 ਏਕੜ 'ਚ ਤਕਰੀਬਨ ਮੇਰੀ ਕੈਪਸਿਕਮ ਹੀ ਆ। ਮੈਂ ਕੱਲੀ ਕੈਪਸਿਕਮ ਹੀ ਕਰਦਾ। ਇੱਕ ਮੇਰੇ ਕੋਲ ਛੋਟਾ ਨਰਸਰੀ ਯੂਨਿਟ ਵੀ ਲੱਗਾ ਹੋਇਆ ਆਪਣਾ। ਮੈਂ ਨਰਸਰੀ ਵੀ ਆਪਣੀ ਹੀ ਗਰੋ ਕਰਦਾ। ਅੱਛਾ ਜੀ। ਤੇ ਸੀਡ ਲਈਦਾ, ਸੀਡ ਮੰਗਾ ਕੇ ਤੇ ਨਰਸਰੀ ਵੀ ਆਪਣੀ ਗਰੋ ਕਰੀਦੀ ਆ ਤੇ ਉਸ ਤੋਂ ਬਾਅਦ ਬਾਕੀ ਸਾਰੀ ਟਰਾਂਸਪਲਾਂਟੇਸ਼ਨ ਕਰੀਦੀ ਹੈ। ਖਰਚੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਪੌਦਾ, ਮੈਂ ਇੱਕ ਬੜੀ ਇਹਦੇ ਵਿੱਚ ਖਾਸ ਚੀਜ਼ ਦੇਖ ਰਿਹਾ ਜੀ, ਇਹ ਪੌਦੇ ਬਹੁਤ ਲੰਬੇ ਨੇ। ਆਮ ਤੌਰ ਦੇ ਉੱਤੇ ਘਰੇ ਵੀ ਆਪਾਂ ਬੀਜਦੇ ਹਾਂ ਤਾਂ ਸ਼ਾਇਦ ਮੈਨੂੰ ਲੱਗਦਾ 1.5 ਫੁੱਟ ਜਾਂ 2 ਫੁੱਟ ਤੱਕ ਉਹ ਪੌਦਾ ਜਾਂਦਾ ਹੈ। ਇਹਦੇ ਵਿੱਚ ਕੀ ਫਿਰ ਫਰਕ, ਕਿਵੇਂ ਕਿਸ ਤਰੀਕੇ ਦੇ ਨਾਲ ਇਹਦੀ ਗਰੋਥ ਹੁੰਦੀ ਹੈ? ਇਹ ਜੀ ਕਈ ਚੀਜ਼ਾਂ ਇਕੱਠੀਆਂ ਹੁੰਦੀਆਂ। ਸੀਡ ਵੀ ਹੈਗਾ, ਸੀਡ ਦੀ ਵੀ ਇਹਦੇ 'ਚ ਕਹਿ ਸਕਦੇ ਹੋ ਕੁਆਲਿਟੀ ਹੈ। ਸੈਕੰਡਲੀ ਇਹਨੂੰ ਟਾਈਮ ਵੀ ਬਹੁਤ ਹੋ ਗਿਆ। ਇਸ ਟਾਈਮ ਤਕਰੀਬਨ 10.5 ਮਹੀਨੇ ਦੀ ਕ੍ਰੌਪ ਆ ਜੀ। ਇਹ 10 ਅਗਸਤ ਦੀ ਸੋਇੰਗ ਹੈ ਤੇ ਅੱਜ ਦੇਖ ਲਓ ਜੀ ਤੁਸੀਂ ਕਰੀਬ 23-24 ਜੂਨ ਹੋ ਗਈ ਹੈ ਤੇ 10 ਮਹੀਨੇ ਪਲੱਸ ਕ੍ਰੌਪ ਹੋ ਗਈ ਹੈ। ਸੈਕੰਡਲੀ ਇਹਦੇ ਡਿਪੈਂਡ ਕਰਦਾ ਤੁਸੀਂ ਫਰਟੀਲਾਈਜ਼ਰਸ ਜਿਹੜੇ ਇਹਦੇ ਥੱਲੇ ਤੁਸੀਂ ਦਿੰਦੇ ਹੋ, ਸੋਲਿਊਬਲ ਫਰਟੀਲਾਈਜ਼ਰਸ ਹੈਗੇ ਆ, ਬਾਕੀ ਨਿਊਟ੍ਰੀਐਂਟਸ ਨੇ, ਉਹ ਸਾਰੇ ਕੇਸ ਲੈਵਲ ਤੇ ਕਿਹੋ ਜੀ ਤੁਸੀਂ ਇਹਨੂੰ ਖੁਰਾਕ ਦਿੰਦੇ ਹੋ ਤੇ ਉਸ ਹਿਸਾਬ ਨਾਲ ਤੁਹਾਡੀ ਇਹਦੀ ਸਟੈਮ ਗਰੋਥ ਕਿੰਨੀ ਵੱਧਦੀ ਆ, ਪਲਾਂਟ ਦੀ ਗਰੋਥ, ਰੂਟ ਗਰੋਥ ਕਿੰਨੀ। ਜਦੋਂ ਤੁਸੀਂ ਰੂਟ ਗਰੋਥ ਵਧੀਆ ਹੋਏਗੀ, ਪਲਾਂਟ ਨੂੰ ਨਿਊਟ੍ਰੀਸ਼ਨ ਪੂਰੀ ਮਿਲੇਗੀ ਤਾਂ ਹੀ ਉਹਦੀ ਪਲਾਂਟ ਦੀ ਹਾਈਟ ਜਾਣੀ ਆ। ਔਰ ਇਹਦੇ ਸਿਸਟਮ ਇਹੀ ਹੁੰਦਾ ਜੀ ਕਿ ਥੱਲਿਓਂ ਲੱਗਣੀ ਸ਼ੁਰੂ ਹੋ ਜਾਂਦੀ ਆ ਨੋਡ, ਜੋ ਨੋਡ ਇਸ ਤਰ੍ਹਾਂ ਕਰਕੇ ਲੱਗਦੀ ਜਾਂਦੀ ਆ, ਤੋੜਦੀ ਜਾਈਦਾ। ਹੁਣ ਦੇਖੋ ਤੁਸੀਂ ਉਹ ਇਸ ਟਾਈਮ ਜਿਹੜੀ ਆਹ ਹਾਈਟ ਹੈ ਇਹ 8 ਫੁੱਟ ਤੋਂ ਉੱਪਰ ਹੈ ਜੀ ਹਾਈਟ ਚਲੇਗੀ। ਉਹ ਸਾਈਡ ਤੱਕ ਵੀ ਕੈਪਸਿਕਮ ਲੱਗੀ ਹੋਈ ਆ ਤੇ ਉਹ ਜਿੰਨਾ ਅਸੀਂ ਪਲਾਂਟ ਨੂੰ ਮਤਲਬ ਪਲਾਂਟ ਗਰੋ ਕਰੇਗਾ ਉੱਪਰ ਤੱਕ ਲੱਗਦੀਆਂ ਜਾਣਗੀਆਂ ਤੇ ਸਾਰੀ ਇਹ ਨਿਊਟ੍ਰੀਸ਼ਨ ਦੀ ਗੱਲ ਹੈ ਜੀ। ਐਂਡ ਬਾਕੀ ਪੋਲੀ ਹਾਊਸ ਦੇ ਅੰਦਰ ਤਾਂ ਗਰੋਥ ਹੋਣੀ ਹੈ ਜੀ ਤੇ ਓਪਨ 'ਚ ਨਹੀਂ ਇਸ ਕਰਕੇ ਨਹੀਂ ਹੁੰਦੀ। ਓਪਨ 'ਚ ਇਹਦੀ ਜੋ ਆ ਸ਼ੀਟਸ ਹੈਗੀ ਆ ਇਹ UV ਸ਼ੀਟ ਨੇ ਤੇ ਉਹਦੇ ਕਰਕੇ ਜਿਹੜੀਆਂ ਰੇਜ਼ ਵਗੈਰਾ ਪਲਾਂਟ ਨੂੰ ਡੈਮੇਜ ਕਰਦੀਆਂ ਉਹ ਇਹ ਸ਼ੀਟ ਰੋਕਦੀ ਆ। ਉਹਦੇ ਕਰਕੇ ਵੀ ਪਲਾਂਟ ਹੈਲਦੀ ਰਹਿੰਦਾ ਹੈਗਾ ਕਿਉਂਕਿ ਵਧੀਆ ਐਟਮੋਸਫੇਅਰ 'ਚ ਰਹਿਣਾ ਤਾਂ ਹੀ ਕਰਕੇ। ਜਿਵੇਂ ਤੁਸੀਂ ਹੁਣ ਹਾਲੈਂਡ ਦੀ ਵੈਰਾਈਟੀਜ਼ ਦੀ ਹੀ ਕਾਸ਼ਤ ਕਰ ਰਹੇ ਹੋ, ਇਹਦੇ ਵਿੱਚ ਤੇ ਇੰਡੀਅਨ ਵੈਰਾਈਟੀ ਦੇ ਵਿੱਚ ਫਰਕ ਕੀ ਹੈਗਾ? ਕਿਉਂਕਿ ਲੋਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਵੀ ਇਹ ਲਾਲ ਜਿਹੜੀ ਆਪਾਂ ਘਰੇ ਜਦੋਂ ਆਮ ਲਿਆਉਂਦੇ ਆ ਬਾਜ਼ਾਰ ਤੋਂ ਤਾਂ ਉਹ ਹਰੀ ਲੈ ਕੇ ਆਉਂਦੇ ਆ, ਜਿਹੜੀ ਇਹ ਹੈ ਇਹ ਰੈੱਡ ਹੈ ਜਾਂ ਯੈਲੋ ਹੈ, ਇਹਨਾਂ ਦੇ ਵਿੱਚ ਫਰਕ ਕੀ ਹੈਗਾ? ਲੋਕਾਂ ਨੂੰ ਫਾਇਦਾ ਕੀ ਮਿਲਦਾ ਇਹ ਤੋਂ?
ਦੇਖੋ, ਇੱਕ ਤਾਂ ਤੁਸੀਂ ਵੈਰਾਈਟੀ ਦੀ ਗੱਲ ਕੀਤੀ, ਜਿਹੜੀ ਇੰਡੀਅਨ ਵੈਰਾਈਟੀਜ਼ ਨੇ ਉਹਨਾਂ ਦੀ ਜਿਹੜੀ ਸ਼ੈਲਫ ਲਾਈਫ ਆ ਜਾਂ ਸਕਿਨ ਜੋ ਹੈਗੀ ਆ ਇੰਨੀ ਥਿਕ ਨਹੀਂ ਹੁੰਦੀ ਜਿੰਨੀ ਇਹ ਥਿਕ ਆ। ਇਹਦੇ ਕਰਕੇ ਇਹਦੀ ਇਸ ਟਾਈਮ ਤੇ ਜੂਨ ਦੇ ਮਹੀਨੇ 'ਚ ਇਹਦੀ ਜੋ ਹੈ ਸ਼ੈਲਫ ਲਾਈਫ ਬਹੁਤ ਜ਼ਿਆਦਾ ਹੈ। ਬਾਕੀ ਇੰਡੀਅਨ ਵੈਰਾਈਟੀਜ਼ 'ਚ ਜਿਸ ਤਰ੍ਹਾਂ ਇਹਦੇ 'ਚ ਵਾਇਰਸ ਵਗੈਰਾ ਦੀ ਪ੍ਰੋਬਲਮ ਆਉਂਦੀ ਆ, ਜਿਵੇਂ ਜਦੋਂ ਅਸੀਂ ਸੋਇੰਗ ਕਰੀਦੀ ਆ ਪਨੀਰੀ ਜੁਲਾਈ 'ਚ ਲੱਗ ਜਾਂਦੀ ਆ, ਬਹੁਤ ਹਿਊਮਿਡ ਹੁੰਦਾ, ਸਭ ਤੋਂ ਗੰਦਾ ਮੌਸਮ ਉਦੋਂ ਹੀ ਹੁੰਦਾ, ਅਗਸਤ 'ਚ ਟ੍ਰਾਂਸਪਲਾਂਟ ਹੋਣੀ ਆ। ਤੇ ਕਈ ਵਾਰ ਇੰਡੀਅਨ ਵੈਰਾਈਟੀਜ਼ ਮੈਂ 1-2 ਵਾਰ ਲਗਾਈਆਂ, ਉਹਨਾਂ 'ਚ ਵਾਇਰਸ ਦੀ ਪ੍ਰੋਬਲਮ ਆਈ ਜੀ। ਇਹ ਹੁਣ ਬੜੇ ਮਤਲਬ ਜੋ ਸੀਡ ਕੰਪਨੀਜ਼ ਨੇ, ਅਗਰ ਇਹ ਪੈਸੇ ਵੱਧ ਵੀ ਲੈਂਦੇ ਆ, ਅਗਰ ਇਹ 5 ਗੁਣਾ ਪ੍ਰਾਈਸ ਆ ਜੀ ਨੋਰਮਲ ਨਾਲੋਂ, ਤੇ ਅਗਰ ਇਹ ਵੱਧ ਵੀ ਲੈਂਦੇ ਆ ਤੇ ਇਹ ਡਿਜ਼ਰਵ ਕਰਦੇ ਆ ਜੀ ਕਿ ਇਹਦੀ ਕੁਆਲਿਟੀ ਹੈ। ਅੱਛਾ, ਕੀਮਤ ਦੀ ਗੱਲ ਕੀਤੀ ਹੈ, ਜਿਹੜੀ ਆਮ ਜਿਹੜੀ ਹਰੀ ਆਪਾਂ ਇੰਡੀਅਨ ਵੈਰਾਈਟੀ ਆ ਉਹਦੀ ਕੀ ਕੀਮਤ ਹੈ ਔਰ ਇਹਦੀ ਕੀ ਇੰਡੀਅਨ ਕੀਮਤ? ਵੈਰਾਈਟੀ ਜੀ ਮੇਰੇ ਖਿਆਲ 1 ਤੋਂ 1.5 ਰੁਪਏ ਦਾ ਪਰ ਸੀਡ ਹੈ। ਇਹਦਾ 5.5 ਤੋਂ 6 ਰੁਪਏ ਚਲੇ ਜਾਂਦਾ ਜੀ ਸੀਡ ਦਾ ਰੇਟ। ਅੱਛਾ ਜੀ। ਹਾਂਜੀ, ਇੱਕ ਸੀਡ ਦਾ। ਤੇ ਫਿਰ ਇਹ ਜਿਹੜਾ ਜਿਵੇਂ ਹੁਣ ਕਿਲੋ ਹੈ, ਇਹ ਕਿਲੋ ਦਾ ਕੀ ਭਾਅ ਅੱਗੇ ਜਾਂਦਾ? ਇਹ ਬਹੁਤ ਫਲਕਚੁਏਟਿੰਗ ਆ ਜੀ। ਇਹਦਾ ਤੁਸੀਂ ਲੈ ਲਓ ਕਿ 50 ਰੁਪਏ ਤੋਂ ਲੈ ਕੇ ਤੇ 250 ਰੁਪਏ ਤੱਕ ਜਾਂਦਾ ਜੀ ਪਰ ਕੇਜੀ। ਅੱਛਾ ਜੀ। ਹਾਂਜੀ। ਇਹ ਕਦੋਂ ਇੰਨਾ ਫਰਕ ਕਿਵੇਂ ਪੈ ਜਾਂਦਾ ਵੀ 200 ਰੁਪਏ ਦਾ ਫਰਕ ਸਿੱਧਾ? ਫਰਕ ਡਿਮਾਂਡ ਸਪਲਾਈ ਆ ਜੀ। ਬੇਸਿਕਲੀ ਤਾਂ ਇਹਦੀ ਜਿਹੜੀ ਸਪਲਾਈ ਆ ਮੇਜਰ ਹੋਟਲ ਲਾਈਨ 'ਚ ਆ ਜਾਂ ਫਿਰ ਵਿਆਹ ਸ਼ਾਦੀਆਂ 'ਚ। ਤੇ ਹੁਣ ਜਿਸ ਤਰ੍ਹਾਂ ਪਿਛਲੇ 2 ਸੀਜ਼ਨ ਸਾਡੇ ਕੋਵਿਡ 'ਚ ਨਿਕਲ ਗਏ ਤੇ ਸਾਨੂੰ ਰੇਟ 50-60 ਹੀ ਮਿਲਿਆ, ਮੈਕਸਿਮਮ 70 ਤੱਕ ਗਏ ਅਸੀਂ। ਕੋਵਿਡ ਕਰਕੇ ਹੋਟਲ ਸਾਰੇ ਬੰਦ ਸੀ, ਵਿਆਹ ਨਹੀਂ ਹੋ ਰਹੇ, ਉਹਦੇ ਕਰਕੇ ਇਹਦੀ ਹੁਣ ਡਿਮਾਂਡ ਘਟ ਗਈ। ਅਦਰਵਾਈਜ਼ ਜਦੋਂ ਡਿਮਾਂਡ ਹੁੰਦੀ ਆ, ਜਦੋਂ ਕਹਿੰਦੇ ਆ ਵੀ ਸਾਹਾ ਬਹੁਤ ਭਾਰਾ ਜੀ ਆ ਸੰਡੇ ਨੂੰ ਜੀ, ਵਿਆਹ ਨੇ, ਉਦੋਂ ਫਿਰ ਇਹਦਾ ਰੇਟ ਜੋ ਮੰਗੋ ਜੋ ਮਿਲ ਜਾਂਦਾ। ਇਹ ਜ਼ਿਆਦਾ ਲੋਕ ਇਹਦੀ ਸਬਜ਼ੀ ਬਣਾਉਣਾ ਜਾਂ ਸੈਲਡ ਦੇ ਵਿੱਚ? ਇਹਦੇ 'ਚ ਜਾਂ ਤਾਂ ਇਹਨੂੰ ਤੁਸੀਂ ਇਦਾਂ ਹੀ ਸੈਲਡ 'ਚ ਯੂਜ਼ ਕਰ ਸਕਦੇ ਹੋ, ਅਦਰਵਾਈਜ਼ ਬਾਕੀ ਜਿਵੇਂ ਆਪਣਾ ਚਾਈਨੀਜ਼ ਵਗੈਰਾ ਉਹਦੇ 'ਚ ਕੰਟੀਨੈਂਟਲ 'ਚ ਯੂਜ਼ ਕਰਦੇ ਆ, ਤੇ ਮੋਸਟਲੀ ਸੈਲਡ ਵਿੱਚ ਕਰਦੇ ਆ, ਜਾਂ ਪੀਜ਼ਾ ਵਗੈਰਾ ਜਿਵੇਂ ਹੈਗੇ ਆ ਜਿੰਨੇ ਤੁਹਾਡੇ ਆ ਫਾਸਟ ਫੂਡ ਜੁਆਇੰਟਸ ਨੇ, ਇਹ ਸਾਰੇ ਇਹ ਯੂਜ਼ ਕਰਦੇ ਨੇ ਇਹਨਾਂ ਨੂੰ। ਕਿੱਲੇ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਪੌਦੇ ਜਿਹੜੇ ਆ ਉਹ ਲਗਾਏ ਜਾਂਦੇ ਨੇ, ਕਿਸ ਤਰੀਕੇ ਦੇ ਨਾਲ ਇਹ ਪੌਦੇ ਜਿਹੜੇ ਆ ਉਹ ਬੀਜੇ ਜਾਂਦੇ ਨੇ? ਥੋੜਾ ਜਿਹਾ ਕਿਸਾਨ ਭਰਾਵਾਂ ਨੂੰ ਇਹ ਵੀ ਜਾਣਕਾਰੀ ਦਿਓ। ਬੜਾ ਵਧੀਆ ਕੁਐਸਚਨ ਪੁੱਛਿਆ ਤੁਸੀਂ। ਇਹਦੇ 'ਚ ਤਕਰੀਬਨ 9000 ਤੋਂ 10000 ਪਲਾਂਟ ਪਰ ਏਕੜ ਅਸੀਂ ਲਗਾਈਦਾ। ਤੇ ਡਿਸਟੈਂਸ ਵੀ ਡਬਲ ਰੋ, ਜਿਵੇਂ ਦੇਖਿਆ ਹੋਣਾ ਤੁਸੀਂ, ਇਸ ਤੇ ਬੈੱਡ ਹੈਗਾ ਜੀ, ਡਬਲ ਰੋ ਲਗਾ ਰਹੇ ਆ। ਪਲਾਂਟ ਟੂ ਪਲਾਂਟ ਤਕਰੀਬਨ 18 ਇੰਚ 18-19 ਇੰਚ ਡਿਫਰੈਂਸ ਹੈ। ਤੇ ਇਸ ਤਰ੍ਹਾਂ ਇਹ ਡਬਲ ਰੋ ਲੱਗ ਕੇ ਵਿੱਚ ਡਿਸਟੈਂਸ ਵੀ ਅਸੀਂ ਤਕਰੀਬਨ 18 ਇੰਚ ਛੱਡੀਦਾ, ਰੋ ਟੂ ਰੋ, ਤੇ ਪਲਾਂਟ ਟੂ ਪਲਾਂਟ ਵੀ 18, ਤੇ ਕ੍ਰਾਸ ਕਰਕੇ ਪਲਾਂਟ ਲਗਾਈਦੇ ਆ। ਆਮਦਨ ਤੇ ਗੱਲ ਆਉਂਦੀ ਹੈ, ਕਿਸਾਨ ਇੰਨੀ ਮਿਹਨਤ ਕਰਦਾ, ਇਹਦੇ ਉੱਤੇ ਵੀ ਮਿਹਨਤ ਬਹੁਤ ਲੱਗਦੀ ਹੈ। ਇੱਕ ਬੂਟੇ ਨੂੰ ਜੇ ਆਪਾਂ ਗੱਲ ਕਰੀਏ, ਖਰਚ ਕਿੰਨਾ ਕੁ ਆ ਜਾਂਦਾ ਜਦੋਂ ਤੱਕ ਫਲ ਦੇਣਾ ਸ਼ੁਰੂ ਕਰ ਦਿੰਦਾ? ਅਸੀਂ ਤਾਂ ਏਕੜ ਦਾ ਹੀ ਲਗਾਈਦਾ ਜੀ, ਪਲਾਂਟ ਤਾਂ ਚਲੋ ਕੈਲਕੂਲੇਟ ਹੋ ਜਾਂਦਾ ਹੈਗਾ। ਅਸੀਂ ਤਾਂ ਸਾਰੇ ਸਾਲ ਦਾ ਹੀ ਖਰਚਾ ਲਗਾਈਦਾ। ਐਵਰੇਜ ਜੀ ਇਹਦੇ ਇਨਕਲੂਡਿੰਗ ਤੁਹਾਡਾ ਸੀਡ ਹੋ ਗਿਆ, ਫਰਟੀਲਾਈਜ਼ਰ ਹੋ ਗਿਆ, ਤਿਆਰੀ ਸਾਰਾ ਕੁਝ, ਲੇਬਰ ਜ਼ਿਆਦਾ ਪੈਂਦੀ ਹੈ ਜੀ ਇਹਨੂੰ, 4 ਲੱਖ ਰੁਪਈਆ, 3.5 ਤੋਂ 4 ਲੱਖ ਰੁਪਏ ਪਰ ਏਕੜ ਖਰਚਾ ਆ ਜਾਂਦਾ ਜੀ। ਆਮਦਨ ਦੀ ਗੱਲ ਕਰੀਏ ਤਾਂ ਆਮਦਨ ਕਿੰਨੀ ਹੈ? ਆਮਦਨ ਜੀ ਲਾ ਲਓ ਕਿ ਜਿਵੇਂ ਹੁਣ ਆਹ ਸਾਲ ਥੋੜੇ ਮਾੜੇ ਨਿਕਲੇ, 2 ਲਾਸਟ ਈਅਰ ਵੀ ਕੋਵਿਡ ਸੀਗਾ, ਮਈ ਦਾ ਮਹੀਨਾ ਪੂਰਾ ਲੋਕਡਾਊਨ ਰਿਹਾ, ਐਰਕੀ ਵੀ ਅਪ੍ਰੈਲ ਮਈ ਲੋਕਡਾਊਨ ਰਿਹਾ, ਤੇ ਇਹ ਸੀਜ਼ਨ ਸਾਡਾ ਖਰਾਬ ਹੋਇਆ। ਬਟ ਫਿਰ ਵੀ ਚਲੋ ਅਸੀਂ ਬਰਾਬਰ ਆ ਗਏ ਆ। ਅਸੀਂ ਫਿਰ ਵੀ 8 ਲੱਖ ਦੀ ਕ੍ਰੌਪ ਪਰ ਏਕੜ 8-9 ਦੀ ਕੱਢ ਲਈ ਆ, ਤੇ ਚੰਗੇ ਟਾਈਮ ਤੇ 15 ਤੱਕ ਵੀ ਚਲੇ ਗਏ ਆ। ਅੱਛਾ, 15 ਲੱਖ ਰੁਪਇਆ ਪਰ ਪ੍ਰਤੀ ਏਕੜ ਤੁਹਾਨੂੰ ਮੁਨਾਫਾ ਵੀ ਹੋ ਜਾਂਦਾ? ਮੁਨਾਫਾ ਉਹਦੇ ਚੋਂ ਖਰਚਾ ਕੱਢ ਲਓ ਜੀ। ਅਸੀਂ 4 ਲੱਖ ਰੁਪਏ ਉਹ ਖਰਚਾ ਕੱਢੀਦਾ, ਲੱਖ ਰੁਪਏ ਅਸੀਂ ਡੈਪਰੀਸ਼ੀਏਸ਼ਨ ਵੀ ਲਾਈਦੀ ਆ ਜੀ ਇਹਦੀ ਪਰ ਏਕੜ, ਕਿਉਂਕਿ ਜਿਵੇਂ ਹੁਣ ਇਹ ਪੁਰਾਣਾ ਹੋ ਗਿਆ ਮੇਰਾ, ਇਹ 13 ਦਾ ਲੱਗਾ ਹੋਇਆ ਜੀ ਪੋਲੀ ਹਾਊਸ। ਹਰ ਸਾਲ ਕੋਈ 5-7 ਸ਼ੀਟਸ ਵੀ ਪੱਟਣੀਆਂ ਨੇ, ਕੋਈ ਨੈਟ ਵੀ ਖਰਾਬ ਹੋਣੀ ਆ, ਉਹ ਵੀ ਇਹਦਾ ਐਕਸਪੈਂਡੀਚਰ ਅਸੀਂ ਵਿੱਚ ਹੀ ਲਾਈਦਾ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 10 ਲੱਖ ਰੁਪਏ ਪ੍ਰਤੀ ਏਕੜ, ਚਲੋ ਇੰਨਾ ਮੁਨਾਫਾ ਤਾਂ ਹੈ ਹੀ ਹੈ ਜੇ ਇੰਨੀ ਮਿਹਨਤ। ਅਗਰ ਬਹੁਤ ਚੰਗੇ ਟਾਈਮ ਤੇ ਤੁਹਾਡੀ ਕ੍ਰੌਪ ਚੰਗੀ ਹੋਵੇ, ਉਧਰ ਕਦੇ ਤੁਹਾਡਾ ਮੈਰਿਜ ਟਾਈਮ ਵਗੈਰਾ, ਜਿਵੇਂ ਵਿਆਹ ਦਾ ਬੜਾ ਸ਼ਡਿਊਲ ਦਾ ਇਹਦੇ 'ਚ ਰੋਲ ਹੈ ਜੀ, ਕਿਉਂਕਿ ਅਗਰ ਤੁਹਾਡੀ ਇੱਧਰ ਕ੍ਰੌਪ ਜਿਸ ਟਾਈਮ ਆ ਰਹੀ ਆ, ਉਸ ਟਾਈਮ ਕਿਤੇ ਵਿਆਹ ਦਾ 15 ਦਿਨ ਜ਼ੋਰ ਪੈ ਗਿਆ, ਉਦੋਂ ਵਿਆਹ ਵਗੈਰਾ ਨਹੀਂ ਹੈਗੇ, ਜਾਂ ਇਹੋ ਜਿਹਾ ਕਿਤੇ ਲੋਕਡਾਊਨ ਦਾ ਪੰਗਾ ਪੈ ਗਿਆ ਜੀ, ਫਿਰ 2-4 ਲੱਖ ਘੱਟ ਵੀ ਜਾਂਦੇ ਆ ਜੀ। ਸਪਲਾਈ ਦੀ ਗੱਲ ਕਰੀਏ ਫਿਰ ਕਿਵੇਂ ਸਪਲਾਈ ਕਿੱਥੋਂ ਹੁੰਦੀ ਹੈ? ਇਹ ਠੇਕੇਦਾਰਾਂ ਦੇ ਨਾਲ ਗੱਲਬਾਤ ਚੱਲਦੀ ਹੈ ਤੁਹਾਡੀ, ਜਾਂ ਮੈਂ ਇਹ ਸਵਾਲ ਮੇਰਾ ਇਹ ਹੈ ਵੀ ਕਿਸਾਨ ਸਿੱਧਾ ਵੇਚ ਸਕਦਾ ਆਪਣੀ ਫਸਲ ਨੂੰ? ਕਿਉਂਕਿ ਅੱਜ ਤੱਕ ਕਿਸਾਨ ਨੂੰ ਮਾਰ ਉੱਥੋਂ ਹੀ ਪੈਂਦੀ ਹੈ ਜਦੋਂ ਕਿਸਾਨ ਵਿੱਚ ਵਿਚੋਲੀਆ ਪਾ ਲੈਂਦਾ। ਬਿਲਕੁਲ ਜੀ, ਬਿਲਕੁਲ ਕ੍ਰੌਪ ਵੇਚ ਸਕਦਾ। ਮੈਂ ਸਾਰੀ ਦੀ ਸਾਰੀ ਕ੍ਰੌਪ, ਮੇਰੀ ਤਕਰੀਬਨ 100% ਕ੍ਰੌਪ ਮੈਂ ਇੱਥੇ ਹੀ ਵੇਚਦਾ ਖੜਾ ਹੋ ਕੇ ਜੀ, ਟੈਲੀਫੋਨ ਤੇ ਹੀ। ਅੱਛਾ ਜੀ। ਮੈਂ ਅੱਜ ਤੱਕ ਓਪਨ ਮੰਡੀ 'ਚ ਨਹੀਂ ਗਿਆ। ਹਾਂਜੀ। ਮੇਰਾ ਇਹੀ ਕਹਿ ਲਓ ਕਿ ਮੈਂ ਸਿੱਟ ਦੇਣਾ, ਥੋੜੀ ਬਹੁਤ ਡੈਮੇਜ ਕਰ ਦੂੰਗਾ ਜਾਂ ਮੈਂ ਵੰਡ ਦੂੰਗਾ। ਜਿਵੇਂ ਲਾਸਟ ਈਅਰ ਕੋਵਿਡ 'ਚ ਮਈ ਦੇ ਮਹੀਨੇ 'ਚ ਜਦੋਂ ਪੂਰਾ ਕਰਫਿਊ ਟਾਈਪ ਸੀਗਾ, ਤੇ ਕੋਈ ਕਹਿੰਦਾ ਸੀ ਜੀ 10 ਰੁਪਏ ਲੈ ਲੂੰਗਾ, 20 ਰੁਪਏ, ਮੈਂ ਗੱਡੀ ਭਰ ਕੇ ਚੌਂਕ 'ਚ ਖੜੀ ਕਰਕੇ ਵੰਡ ਦਿੰਦਾ ਸੀ ਲੋਕਾਂ ਨੂੰ, ਵੀ ਲੈ ਜਾਓ ਖਾਓ। ਅੱਛਾ ਜੀ। ਮੈਂ ਕਿਹਾ ਘੱਟੋ ਘੱਟ ਇੱਕ ਇਹੀ ਐਡਵਾਂਟੇਜ ਹੋਊਗਾ, ਲੋਕਾਂ ਨੂੰ ਪਤਾ ਲੱਗ ਜੂ ਵੀ ਕਿੱਦਾਂ ਖਾਈਦੀ ਆ, ਕਈਆਂ ਨੂੰ ਇਹੀ ਨਹੀਂ ਪਤਾ ਜੀ।
ਤੇ ਸੈਕੰਡਲੀ ਮਾਰਕੀਟ ਇਹ ਆ ਕਿ ਤੁਹਾਡੀ ਕੁਆਲਿਟੀ ਬਹੁਤ ਵਧੀਆ ਹੋਣੀ ਚਾਹੀਦੀ ਆ। ਜੀ। ਬੈਸਟ ਸਭ ਤੋਂ ਜਿਹੜਾ ਫਸਟ ਹੈ, ਜੀ। ਤੁਹਾਡੀ ਕੁਆਲਿਟੀ ਅਸ਼ੋਰਡ ਹੋਣੀ ਚਾਹੀਦੀ ਆ। ਅਗਰ ਤੁਸੀਂ 1 ਟਨ ਵੀ ਮਾਲ ਭੇਜ ਰਹੇ ਹੋ, ਉਹਦੇ 'ਚ ਤੁਹਾਡਾ 1 ਟਨ ਤੁਹਾਡਾ ਇਹ ਅਸ਼ੋਰਡ ਹੋਵੇ ਵੀ ਇਹਦੇ 'ਚ ਕੋਈ ਖਰਾਬ ਦਾਣਾ ਨਹੀਂ, ਇਸ ਤੋਂ ਥੱਲੇ ਇਹਦਾ ਅੰਟਰਸਾਈਜ਼ ਨਹੀਂ ਹੈਗਾ, ਕੋਈ ਕ੍ਰੈਕ ਨਹੀਂ ਹੈਗਾ, ਕਲਰ ਮਾੜਾ ਨਹੀਂ ਹੈ, ਫਿਰ ਤੁਹਾਡੇ ਕੋਲੇ ਆਪੇ ਹੀ ਤੁਹਾਡੇ ਕੋਲ ਦੂਸਰਾ ਅੱਜ ਇੱਕ ਜਗ੍ਹਾ ਤੁਸੀਂ ਭੇਜਤੀ ਪਿਆਜ਼ਾਂ ਵਾਲੇ ਤੋੜੇ ਵਾਂਗੂ ਨਹੀਂ ਵੀ ਉੱਪਰ ਮੋਟੇ ਮੋਟੇ ਪਿਆਜ਼ ਜਦੋਂ ਖੋਲ ਕੇ ਦੇਖੋ ਤੇ ਫਿਰ ਬਿਲਕੁਲ ਨਹੀਂ ਜੀ। ਅਗਰ ਪੂਰੀ ਗੱਡੀ ਜਾਏਗੀ, ਅਗਰ 1 ਟਨ ਮਾਲ ਜਾ ਰਿਹਾ, 1.5 ਟਨ ਜਾ ਰਿਹਾ, ਜਿੰਨਾ ਵੀ ਜਾ ਰਿਹਾ, ਜਾਂ ਲਿਫਾਫਿਆਂ ਜਾ ਰਿਹਾ ਜਾਂ ਪੇਟੀ ਜਾ ਰਿਹਾ, ਉਹ ਥੱਲੇ ਤੋਂ ਉੱਪਰ ਤੱਕ ਸੇਮ ਹੋਏਗਾ। ਅਸੀਂ ਮੰਡੀਆਂ 'ਚ ਵੀ ਜਾ ਕੇ ਟੱਕਰਾਂ ਮਾਰੀਆਂ ਜੀ, ਜਦੋਂ ਅਸੀਂ ਕਈ ਵਾਰ ਵੇਚੀ ਦੀ ਆ ਚਾਹੀਦਾ ਸੀ, ਅਸੀਂ ਕੋਈ ਗਾਹਕ ਆ ਜਾਣਾ, ਉਹਨੇ ਪੇਟੀ ਫੋਲਣੀ, ਥੱਲੇ ਹੱਥ ਮਾਰਨ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਕਹੀਦਾ ਬਈ ਇਹਦੇ 'ਚੋਂ ਅਗਰ ਥੱਲੇ ਮਾੜਾ ਨਿਕਲੂਗਾ ਤਾਂ ਪੇਟੀ ਤੈਨੂੰ ਫ੍ਰੀ, ਤੇ ਉਹ 10 ਬੰਦੇ ਇਹੋ ਜੀ ਗੱਲ ਸੁਣਦੇ ਆ। ਫਿਰ ਅਸੀਂ ਜਦੋਂ ਭੇਜੀਦਾ ਹੈਗਾ ਮਾਲ, ਉੱਥੇ ਸਾਡਾ ਪ੍ਰੋਪਰ ਜਿਵੇਂ ਮਾਰਕਾ ਲੱਗਾ ਵੀ ਆਹ ਮਾਲ ਕਿੱਥੋਂ ਆਇਆ, ਇੱਕ ਪੇਟੀ ਖੋਲੀ, 2 ਖੋਲੀਆਂ, 4 ਖੋਲੀਆਂ, ਜਦੋਂ ਦੇਖਿਆ ਵੀ ਸਾਰੇ 'ਚ ਮਾਲ ਟਰੱਕ ਵੀ ਪੂਰੇ ਦਾ ਪੂਰਾ ਤਾਂ ਵੀ ਇੱਕੋ ਹੀ ਕੁਆਲਿਟੀ ਨਿਕਲ ਰਹੀ ਆ, ਤੇ ਉਹ ਲੋਕਾਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਵੀ ਇਹ ਕੁਆਲਿਟੀ ਹੈ। ਫਿਰ 10-12 ਸਾਲ ਹੋ ਗਏ ਆ, ਬਹੁਤ ਵੱਡਾ ਅਰਸਾ ਹੋ ਗਿਆ ਇਸ ਗੱਲ ਨੂੰ, ਤੇ ਉਹਦੇ ਕਰਕੇ ਹੁਣ ਕੋਈ ਮਤਲਬ ਕਹਿ ਲਓ ਕਿ ਸਾਡੀ ਕੁਆਲਿਟੀ 'ਤੇ ਕੋਈ ਸਾਨੂੰ ਉਂਗਲ ਨਹੀਂ ਚੱਕਦਾ। ਸਾਡੇ ਨਾਲ ਤਾਂ ਰੇਟ ਹੀ ਤੈਅ ਹੁੰਦਾ ਕਿ ਵੀ ਰੇਟ ਦੱਸ ਕੀ ਲੈਣਾ, ਆਹ ਰੇਟ ਆ, ਮਾਲ ਕਿੰਨਾ ਭੇਜਣਾ, ਔਰ ਭੇਜ ਦੇਈਦਾ। ਪੈਸੇ ਕੈਸ਼ ਰੋਜ਼ ਦੀ ਰੋਜ਼? ਪੈਸੇ ਕੈਸ਼ ਵੀ ਹੈ ਜੀ, ਜ਼ਰੂਰੀ ਨਹੀਂ ਹੈ ਕੈਸ਼ ਨਹੀਂ, ਇਹਦੇ 'ਚ ਉਧਾਰ ਵੀ ਬਹੁਤ ਆ, ਇਹ ਨਹੀਂ ਹੈ ਕੈਸ਼ ਨਹੀਂ ਹੈ, ਕਿਉਂਕਿ ਕਈ ਕ੍ਰੌਪਸ ਹੁੰਦੀਆਂ, ਜਿਵੇਂ ਗ੍ਰੀਨ ਚਿੱਲੀ ਲੈ ਲਓ, ਅਗਰ ਇਹਨੂੰ ਅਸੀਂ ਹਰੀ ਤੋੜਦੇ ਹਾਂ, ਇਹ ਕੈਸ਼ ਕ੍ਰੌਪ ਆ, ਇਹ ਤਾਂ ਮੰਡੀ ਜਾਓ ਤੁਸੀਂ ਭੇਜੋ ਸ਼ਾਮ ਨੂੰ ਪੈਸੇ। ਇਹਦਾ ਸਿਸਟਮ ਕੀ ਹੈਗਾ ਦੀ, ਇਹਦੀ ਜ਼ਿਆਦਾ ਲਾਗਤ ਹੈਗੀ ਆ ਹੋਟਲ ਲਾਈਨ 'ਚ। ਹੋਟਲ ਵਾਲੇ ਵੀ ਤੁਹਾਨੂੰ ਪਤਾ ਜੀ, ਜਿਹੜੇ ਹੁਣ ਜਿਹਨਾਂ ਨੂੰ ਬੰਦੇ ਮੈਂ ਦਿੰਦਾ, ਮਿਡਲਮੈਨ ਤਾਂ ਹੈ ਨਾ ਮੇਰੇ ਵਿੱਚ ਇੱਕ, ਜਿਹੜਾ ਹੋਟਲ ਸਪਲਾਈ ਕਰਦਾ, ਉਹਨੂੰ ਵੀ ਹੋਟਲ ਵਾਲਿਆਂ ਨੇ ਮਹੀਨੇ ਬਾਅਦ ਪੇਮੈਂਟ ਕਰਨੀ ਆ, ਉਸ ਤਰ੍ਹਾਂ ਹੀ ਮੈਨੂੰ ਹੋਣੀ ਆ। ਬਟ ਇਹ ਹੈਗਾ ਕਿ ਤੁਹਾਨੂੰ ਉਹਦੇ 'ਚ ਸਾਲ 2 ਸਾਲ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਜਿਹੜੇ ਡੀਲਰ ਹੈਗੇ ਆ, ਜਿਹੜੇ ਤੁਸੀਂ ਦੇ ਰਹੇ ਹੋ, ਉਹ ਕੋਈ ਮਾੜਾ ਚੰਗਾ ਹੈਗਾ, ਤੇ ਉਹ ਸ਼ੰਟ ਆਊਟ ਹੋ ਜਾਂਦੇ ਨੇ ਜੀ। ਪਤਾ ਹੈ ਕਿ ਵੀ ਆਹ ਪੇਮੈਂਟ ਅਸ਼ੋਰਡ ਆਪਾਂ ਉਹਦੇ ਕੋਲ ਜਿੰਨੀ ਵੀ ਫਸੀ ਹੋਵੇ ਉਹ ਆ ਜਾਂਦੀ ਆ, ਮਹੀਨੇ ਬਾਅਦ ਆ ਜਾਵੇ, 1.5 ਮਹੀਨੇ ਬਾਅਦ ਆ ਜਾਵੇ, ਔਰ ਏਡੇ ਵੱਡੇ ਕੰਮ 'ਚ ਫਿਰ ਇਹੋ ਜਿਹਾ ਕੋਈ ਮੈਟਰ ਨਹੀਂ ਕਰਦਾ ਜੀ। ਸਪਲਾਈ ਕਿੱਥੇ ਕਿੱਥੇ ਕਰਦੇ ਹੋ ਜੀ ਫਿਰ? ਸਪਲਾਈ ਜੀ ਮੇਰੀ ਕਹਿ ਲਓ ਆਲ ਓਵਰ ਪੰਜਾਬ ਤਾਂ ਹੈ ਜੀ, ਵੱਡੇ ਸ਼ਹਿਰਾਂ 'ਚ ਕਹਿ ਲਓ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਉਸ ਤੋਂ ਬਾਅਦ ਇਸ ਅੱਜ ਕੱਲ੍ਹ ਜੰਮੂ ਵੀ ਜਾ ਰਹੀ ਹੈ ਜੀ, ਜੰਮੂ ਕਸ਼ਮੀਰ, ਉੱਥੇ ਵੀ ਜਾ ਰਹੀ ਹੈ। ਜੰਮੂ ਮੇਰੇ ਕੋਲ ਹੋਲਸੇਲ ਡੀਲਰ ਆ, ਉਹ ਉਹਨੂੰ ਦਿੰਦਾ, ਉੱਥੋਂ ਅੱਗੇ ਸਪਲਾਈ ਕਰਦਾ, ਕਿਉਂਕਿ ਉਸ ਤੋਂ ਅੱਗੇ ਸਾਡੀ ਪਹੁੰਚ ਹੈ ਨਹੀਂ ਜੀ, ਅਸੀਂ ਕਿੱਥੇ ਪੇਮੈਂਟ ਲੈਣ ਤੁਰੇ ਰਹੀਏ, ਉਹ ਵੀ ਪ੍ਰੋਬਲਮ ਹੋ ਜਾਂਦੀ ਹੈ, ਇਸ ਕਰਕੇ ਅਸੀਂ ਜੰਮੂ ਤੱਕ ਹੀ ਰੱਖਿਆ। ਫਿਰ ਉਸ ਤੋਂ ਬਾਅਦ ਦਿੱਲੀ ਵੀ ਹੈ ਜੀ, ਦਿੱਲੀ ਮੇਨ ਮਾਰਕੀਟ ਹੈ, ਦਿੱਲੀ ਵੀ ਜਾਈਦਾ। ਜਦੋਂ ਸਾਡੇ ਕੋਲ ਮਾਲ ਬਹੁਤ ਜ਼ਿਆਦਾ ਵੱਧ ਜਾਵੇ, ਕਈ ਵਾਰ ਐਕਸੈਸ ਹੋ ਗਿਆ ਤੇ ਸਾਨੂੰ ਦਿਸ ਰਿਹਾ ਵੀ ਪੰਜਾਬ ਦੀ ਮਾਰਕੀਟ ਨਹੀਂ ਚੱਕ ਰਹੀ, ਫਿਰ ਅਸੀਂ ਟਰੱਕ ਦਿੱਲੀ ਵੀ ਲੋਡ ਕਰ ਦਈਦਾ ਰੇਟ ਦੇ ਹਿਸਾਬ ਨਾਲ। ਜਾਂ ਦਿੱਲੀ ਕਈ ਵਾਰ ਇੱਕ ਵਾਰ ਐਕਸੈਪਸ਼ਨਲ ਇਹ ਵੀ ਹੋ ਜਾਂਦਾ ਜੀ ਕਿ ਦਿੱਲੀ ਮੇਨ ਮਾਲ ਬੰਗਲੌਰ ਤੋਂ ਆਉਂਦਾ ਜ਼ਿਆਦਾਤਰ, ਉੱਥੇ 70 to 80% ਮਾਰਕੀਟ ਬੰਗਲੌਰ ਤੋਂ ਮਾਲ ਆਉਂਦਾ। ਜਦੋਂ ਬੰਗਲੌਰ ਕੀ ਹੁੰਦਾ ਹੈ, ਬੰਗਲੌਰ ਜਿਹੜਾ ਹੈਗਾ ਉਹ 70-80% ਐਕਸਪੋਰਟ ਕਰਦਾ ਹੈ ਕੁਆਲਿਟੀ ਪ੍ਰੋਡਿਊਸ, ਉਹ ਜਿਹੜਾ ਮਾੜਾ ਮੂੜਾ ਉਹ ਦਿੱਲੀ ਭੇਜਦਾ ਹੁੰਦਾ। ਬਟ ਕਈ ਵਾਰ ਕੀ ਹੁੰਦਾ ਹੈਗਾ ਕਿ ਐਕਸਪੋਰਟ ਬੰਦ ਹੋ ਜਾਂਦੀ ਆ, ਕਈ ਵਾਰ 10 ਦਿਨ ਵਾਸਤੇ ਬੰਦ ਹੋ ਗਈਆਂ, 20 ਦਿਨ ਵਾਸਤੇ ਮਾਲ ਐਕਸਪੋਰਟ ਨਹੀਂ ਹੋ ਰਿਹਾ, ਉਹ ਸਾਰੇ ਦਾ ਸਾਰਾ ਮਾਲ ਫਿਰ ਦਿੱਲੀ ਆਉਂਦਾ ਕਾਫੀ, ਉਦੋਂ ਫਿਰ ਸਲੰਪ ਆ ਜਾਂਦਾ। ਬਟ ਜਦੋਂ ਐਕਸਪੋਰਟ ਖੁੱਲਦੀ ਆ ਪੂਰੀ, ਉਹ ਸਾਰਾ ਮਾਲ ਚੰਡ ਹੁੰਦਾ, ਫਿਰ ਦਿੱਲੀ ਰੇਟ ਚੜ੍ਹ ਜਾਂਦਾ ਜੀ, ਉਦੋਂ ਫਿਰ ਦਿੱਲੀ ਭੇਜ ਦੇਈਦਾ ਜੀ। ਇਹ ਡੇਲੀ ਮਾਰਕੀਟ ਆ, ਇਹ ਤਾਂ ਜੀ ਅੱਜ 50 ਰੁਪਏ ਆ, ਕੱਲ੍ਹ ਨੂੰ 100 ਹੋ ਸਕਦਾ, ਇੰਨੀ ਫਲਕਚੁਏਸ਼ਨ ਆ। ਮਤਲਬ ਕਿ ਤੁਸੀਂ ਕਹਿ ਲਓਗੇ ਕਿ 40-50 ਰੁਪਏ ਕਿਲੋ ਪਿੱਛੇ ਇਹ ਫਲਕਚੁਏਸ਼ਨ ਹੈਗੀ ਹੈ ਇਹਦੇ 'ਚ, ਕਈ ਵਾਰ 15-20 ਰੁਪਏ ਤਾਂ ਮਾਮੂਲੀ ਗੱਲ ਹੈ। ਜਿਵੇਂ ਤੁਸੀਂ ਮਾਰਕੀਟਿੰਗ ਦੀ ਗੱਲ ਕੀਤੀ ਹੈ, ਫਿਰ ਡਾਇਰੈਕਟ ਤੁਸੀਂ ਖੁਦ ਮਾਰਕੀਟਿੰਗ ਕਰ ਰਹੇ ਨੇ, ਇਹਦੇ ਵਿੱਚ ਕੋਈ ਉਹ ਦਿੱਕਤ ਨਹੀਂ ਹੈਗੀ ਕੋਈ? ਨਹੀਂ ਜੀ, ਨਹੀਂ, ਇਹਦੇ 'ਚ ਕੋਈ ਦਿੱਕਤ ਨਹੀਂ ਹੈ ਜੀ। ਸਾਰਾ ਤੁਹਾਡਾ ਲਿੰਕਸ ਹੋਣੇ ਚਾਹੀਦੇ ਆ, ਕਿੱਥੇ ਕਿੱਥੇ ਤੁਸੀਂ ਮਾਲ ਵੇਚਣਾ, ਕੌਣ ਤੁਹਾਡਾ ਡੀਲਰ, ਕਿਹੜਾ ਬੰਦਾ, ਉਹ ਕਿੰਨਾ ਮਾਲ ਵੇਚਦਾ, ਉਹਨੂੰ ਕਿੰਨੀ ਡਿਮਾਂਡ ਹੈਗੀ ਆ, ਕੁਆਲਿਟੀ ਤੁਹਾਡੀ ਕੀ ਆ ਜੀ। ਗੱਲ ਤਾਂ ਇਹ ਹੈ ਨਾ ਕਿ ਜੀ ਤੁਸੀਂ ਉਹੀ ਗੱਲ ਆ ਗਈ ਕਿ ਇੰਡੀਅਨ ਜਿਹੜੀ ਟੈਂਡੈਂਸੀ ਹੈ ਜੀ, ਜਿਹੜੇ ਵੇਚਦੇ ਨੇ ਫਾਰਮਰਸ ਹੀ ਮੈਂ ਕਹਿ ਲੈਣਾ ਹੈਗਾ, ਉਹ ਕੀ ਕਰਦੇ ਆ, ਆਪਾਂ ਵੈਜੀਟੇਬਲ ਹੀ ਪ੍ਰੋਡਿਊਸ ਕਰਦੇ ਆ, ਉਹ ਕੀ ਕਰਦੇ, ਲਿਫਾਫਾ 20 ਕਿਲੋ ਦਾ ਬਣਾਇਆ, ਉਹਦੇ ਥੱਲੇ 5 ਕਿਲੋ ਮਾੜਾ ਪਾਤਾ, ਉੱਤੇ 10 ਕਿਲੋ ਚੰਗਾ ਪਾਤੀ, ਕੈਪਸੀਕਮ ਛੋਟੀ ਪਾਤੀ, ਵੱਡੀ ਪਾਤੀ, ਇਦਾਂ ਹੀ ਤੁਸੀਂ ਲਾ ਲਓ ਕਿੰਨੂ ਦੀ ਪੇਟੀ ਹੁੰਦੀ ਆ, ਉਹਦੇ 3 ਲੇਅਰ ਆਉਂਦੀਆਂ ਜੀ, ਥੱਲੇ ਪਤਲੀ ਪਾਤੀ, ਉਦੋਂ ਥੋੜੀ ਉੱਪਰਲੀ ਹੋਰ ਮੋਟੀ ਪਾਤੀ। ਐਪਲ 'ਚ ਵੀ ਇਦਾਂ ਹੀ ਆਉਂਦਾ ਜੀ, ਤੁਸੀਂ ਆਪ ਲਾ ਲਓ ਪੇਟੀ, ਤੁਹਾਨੂੰ ਮਤਲਬ ਹੀ ਨਹੀਂ। ਇਹ ਅਗਰ ਤੁਸੀਂ ਸਾਰਾ ਉਹਦੇ 'ਚ ਕੀ ਹੈ ਜੀ, ਉਸ ਚੀਜ਼ ਦਾ ਅੱਜ ਦੀ ਡੇਟ 'ਚ ਲਾਸ ਫਾਰਮਰ ਨੂੰ ਹੀ ਹੁੰਦਾ ਹੈ, ਕਿਉਂਕਿ ਜਿਹਨੇ ਲੈਣਾ ਹੈ ਨਾ, ਉਹਨੂੰ ਪਤਾ ਹੈ ਕਿ ਵੀ ਇਹਦੇ ਥੱਲੇ B ਗ੍ਰੇਡ, C ਗ੍ਰੇਡ ਆ, ਫਿਰ B ਗ੍ਰੇਡ ਆ, ਫਿਰ A ਗ੍ਰੇਡ ਆ, ਉਹਨੇ ਉਹੀ ਰੇਟ ਲਾਉਣਾ। ਅਗਰ ਪੇਟੀ ਸਾਰੀ 'ਚ A ਗ੍ਰੇਡ ਹੋਏਗਾ ਨਾ ਜੀ, ਉਹਦਾ ਰੇਟ ਵੀ ਵਧੀਆ ਮਿਲੇਗਾ। ਅੱਜ ਨਹੀਂ ਮਿਲੇਗਾ, 10 ਦਿਨ ਬਾਅਦ ਮਿਲੇਗਾ, 2 ਮਹੀਨੇ ਬਾਅਦ ਮਿਲੂਗਾ, ਸਾਲ ਬਾਅਦ ਮਿਲੂਗਾ। ਬਟ ਇਹ ਫਾਰਮਰ ਨੂੰ ਆਪ ਸਿੱਖਣਾ ਚਾਹੀਦਾ ਕਿ ਮੈਂ ਇੱਕ ਚੀਜ਼ ਅਗਰ A ਗ੍ਰੇਡ ਦੇ ਰਿਹਾ, ਕਹਿ ਕੇ ਠੋਕੇ ਵਿੱਚ ਮੈਂ A ਗ੍ਰੇਡ ਆ, ਪੈਸੇ ਇੰਨੇ ਲੈਣੇ ਆ, ਮਿਲਣਗੇ।
ਮਿਲ ਗਏ। ਤਾਂ ਜਿਵੇਂ ਪੋਲੀ ਹਾਊਸ ਲਗਾਇਆ, ਇੰਨਾ ਵੱਡਾ ਖਰਚਾ ਵੀ ਕੀਤਾ ਹੈ, ਸਰਕਾਰਾਂ ਵੱਲੋਂ ਮਦਦ ਮਿਲਦੀ ਹੈ? ਸਰਕਾਰ ਬਹੁਤ ਸਾਰੀਆਂ ਕਹਿੰਦੀ ਸਬਸਿਡੀ ਵੀ ਦਿੰਦੇ ਆ, ਅਸੀਂ ਬਹੁਤ ਤਰ੍ਹਾਂ ਦੀਆਂ ਹੋਰ ਸਹੂਲਤਾਂ ਵੀ ਕਿਸਾਨ ਨੂੰ ਦਿੰਦੇ ਜੀ। ਸਰਕਾਰ ਨੇ ਜਦੋਂ ਮੇਰੇ ਲੱਗੇ ਆ ਇਹ ਸਾਰਿਆਂ ਤੇ ਸਬਸਿਡੀ ਉਸ ਟਾਈਮ ਮਿਲੀ ਆ, ਕੋਈ ਇਹੋ ਜਿਹੀ ਗੱਲ ਨਹੀਂ। ਹਰ ਸਾਲ ਜਿੰਨੇ 1 ਏਕੜ ਲਾਇਆ 2 ਏਕੜ ਲਾਇਆ ਉਸ ਤੇ ਪ੍ਰੋਪਰ 50% ਦੀ ਸਬਸਿਡੀ ਹੈ ਪੰਜਾਬ 'ਚ, 50% ਮਿਲਦੇ ਆ ਜੀ। ਅੱਛਾ ਜੀ। ਹਾਂਜੀ, ਉਹ ਨਾਲ ਦੀ ਨਾਲ ਕੈਸ਼ ਆ ਜਾਂਦਾ, ਉਹਦੇ ਲਈ ਧੱਕੇ ਤੇ ਨਹੀਂ ਖਾਣੇ ਪੈਂਦੇ ਦਫ਼ਤਰਾਂ ਦੇ? ਨਹੀਂ ਬਹੁਤ ਵਧੀਆ ਜੀ। ਸਾਡੇ ਡਿਪਾਰਟਮੈਂਟ ਵਾਲਾ ਇੱਥੇ ਮੈਂ ਆਪਣੇ ਹੁਸ਼ਿਆਰਪੁਰ ਦੀ ਗੱਲ ਕਰਦਾ ਹੈਗਾ ਕਿ ਸਾਡਾ ਡਿਪਾਰਟਮੈਂਟ ਇੱਥੇ ਬਹੁਤ ਚੰਗਾ ਹੈਗਾ ਜੀ। ਕੋਈ ਕਿਸੇ ਨੇ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਨੂੰ ਕੁਝ ਚਾਹੀਦਾ ਜੀ ਵਿੱਚੋਂ ਜਾਂ ਨਹੀਂ ਹੈ। ਅਦਰ ਬਾਕੀ ਸਟੇਟਸ ਦਾ ਤਾਂ ਮੈਂ ਦੇਖਿਆ ਜੀ ਬਹੁਤ ਬੁਰਾ ਹਾਲ ਆ। ਮੈਂ ਯੂਪੀ ਵੀ ਮੇਰੀ ਜ਼ਮੀਨ ਹੈਗੀ ਆ ਜੀ, ਉੱਥੇ ਤਾਂ ਲਗਾਉਂਦੇ ਤੇ ਫਿਰ ਡਿਮਾਂਡ ਆ ਜਾਂਦੀ ਹੈ ਜੀ ਪਹਿਲਾਂ ਹੀ। ਅੱਛਾ ਜੀ। ਤੇ ਇੱਥੇ ਨਹੀਂ ਜੀ, ਇਹੋ ਜੀ ਕੋਈ ਗੱਲ ਨਹੀਂ। ਫਾਈਲ ਤੁਹਾਡੀ ਪ੍ਰੋਪਰ ਦੇਖੋ ਜੀ, ਤੁਹਾਡਾ ਸਿਸਟਮ ਠੀਕ ਹੋਣਾ ਚਾਹੀਦਾ। ਅਗਰ ਨੋਰਮਸ ਵਿੱਚ ਤੁਹਾਡੀਆਂ ਪਾਈਪਾਂ ਠੀਕ ਨੇ, ਤੁਹਾਡਾ ਲੋਹਾ ਠੀਕ ਲੱਗਾ, ਤੁਹਾਡੀਆਂ ਸ਼ੀਟ ਸਹੀ ਪਈਆਂ ਨੇ, ਤੁਹਾਡੀ ਜਗ੍ਹਾ ਠੀਕ ਹੈ, ਜ਼ਮੀਨ ਤੁਹਾਡੀ ਸਹੀ ਹੈਗੀ ਆ ਔਰ ਸਾਰਾ ਕੁਝ ਸਿਸਟਮ ਤੁਹਾਡਾ ਠੀਕ ਹੈ, ਫਾਈਲ ਤੁਹਾਡੀ ਅਪਰੂਵ ਹੋਣੀ ਹੈ ਜੀ। ਤੇ ਅਪਰੂਵ ਹੋ ਕੇ ਪੈਸਾ ਨਾਲ ਦੇ ਨਾਲ ਵਿਦਨ ਥੋੜੇ ਦਿਨ, ਮਹੀਨੇ ਜਾਂ 2 ਮਹੀਨੇ ਤੁਹਾਡੀ ਪੇਮੈਂਟ ਅਕਾਊਂਟ 'ਚ ਆ ਜਾਂਦੀ ਸੀ। ਸਿੱਖਿਆ ਫਿਰ ਜਿਵੇਂ ਤੁਸੀਂ ਕਿਹਾ ਯੂਪੀ ਦੇ ਵਿੱਚ ਜ਼ਮੀਨ ਹੈਗੀ ਆ, ਫਿਰ ਉੱਥੋਂ ਸਿੱਖ ਕੇ ਆਏ ਸੀਗੇ ਜੀ ਇਹਦੀ ਕਾਸਟ? ਉੱਥੇ ਨਹੀਂ ਹੈ ਜੀ, ਉੱਥੇ ਇਹਦਾ ਇੰਨਾ ਕਲਚਰ ਹੈ ਨਹੀਂ ਪੋਲੀ ਹਾਊਸਸ ਦਾ, ਹੱਲੇ ਵੀ ਨਹੀਂ ਹੈ। ਉਧਰ ਵੀ ਹਿਮਾਚਲ ਉੱਤਰਾਖੰਡ 'ਚ ਲੱਗੇ ਹੋਏ ਨੇ ਜੀ ਪੋਲੀ ਹਾਊਸਸ, ਬਟ ਯੂਪੀ 'ਚ ਕੋਈ ਮੇਨ ਨਹੀਂ ਹੈ ਇੰਨੇ ਜ਼ਿਆਦਾ ਜੀ। ਇਹ ਜਦੋਂ ਪਹਿਲੀ ਵਾਰ ਫਿਰ ਪੋਲੀ ਹਾਊਸ ਲਾਉਣ ਦਾ ਆਈਡੀਆ ਆਇਆ ਸੀਗਾ, ਉਦੋਂ ਫਿਰ ਘਰਦਿਆਂ ਦੀ ਰਿਐਕਸ਼ਨ ਕੀ ਸੀ? ਕਿਉਂਕਿ ਪੰਜਾਬ ਦੇ ਵਿੱਚ ਤਾਂ ਵਧੇਰੇ ਸਾਡੇ ਕਿਸਾਨ ਨੇ ਜਾਂ ਫੈਮਲੀਜ਼ ਨੇ ਉਹ ਕਣਕ ਤੇ ਝੋਨੇ ਨੂੰ ਪ੍ਰੈਫਰ ਕਰਦੀਆਂ ਨੇ। ਨਹੀਂ ਜੀ, ਦੇਖੋ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿ ਵੀ ਤੁਹਾਨੂੰ ਘਰੋਂ, ਮੇਰੇ ਵੱਡੇ ਬ੍ਰਦਰ ਨੇ ਜੀ, ਉਹ ਯੂਪੀ ਫਾਰਮ ਆ, ਉੱਥੇ ਰਹਿੰਦੇ ਆ। ਇਹ ਤਾਂ ਤੁਹਾਨੂੰ ਆਪਣੇ ਆਪ ਚੋਂ ਅੰਦਰੋਂ ਨਿਕਲਦੀਆਂ ਜੀ ਜ਼ਿਮੀਂਦਾਰ ਕਿ ਵੀ ਅਸੀਂ ਕੀ ਕਰਨਾ ਹੈ। ਫਾਰਮਰ ਨੂੰ ਚੇਂਜਸ ਜ਼ਰੂਰੀ ਆ। ਜਿਵੇਂ ਅਸੀਂ ਤਾਂ, ਮੈਂ ਹੁਣ ਵੀ ਸਾਡੇ ਰਿਸ਼ਤੇਦਾਰ ਨੇ ਉਹ ਕਣਕ ਝੋਨੇ 'ਚ ਫਸੇ ਆ, ਮੈਂ ਉਹਨਾਂ ਨੂੰ ਜ਼ੋਰ ਲਾ ਹਟਿਆ ਕਈ ਵਾਰ ਕਿ ਵੀ ਪੋਲੀ ਹਾਊਸਿਸ ਲਾ ਲਓ, ਮੈਂ ਲਵਾ ਦਿੰਦਾ, ਮੈਂ ਹੈਲਪ ਕਰਦਾ, ਤੁਹਾਡੀ ਸਾਰੀ ਪਾਸਿਓਂ ਹੈਲਪ ਕਰੂੰਗਾ। ਬਟ ਉਹ ਇੱਕ ਕਹਿ ਲਓ ਕਿ ਜਿਹੜਾ ਪੰਜਾਬ ਦਾ ਫਾਰਮਰ ਆ, ਕਹਿ ਲਓ 95% ਕਣਕ ਝੋਨੇ ਵਾਲਾ, ਉਹ ਫੋਕਸਡ ਹੈ, ਫਸਿਆ ਹੋਇਆ ਜੀ ਕਿ ਮੈਂ ਬਸ ਜੀ ਕਣਕ ਝੋਨਾ ਹੀ ਕਰਨਾ, ਜਾਂ ਉਸ ਤੋਂ ਇਲਾਵਾ ਉਹਨੂੰ ਕੁਝ ਕਰਨਾ ਹੀ ਨਹੀਂ ਆਉਂਦਾ ਜੀ, ਜਾਂ ਉਹਦੀ ਸੋਚ ਉੱਥੇ ਕੀ ਬੰਨੀ ਗਈ। ਇਹ ਬੜੀ ਵੱਡੀ ਪ੍ਰੋਬਲਮ ਆ। ਹਾਲਾਂਕਿ ਸਰਕਾਰ ਬਹੁਤ ਜ਼ੋਰ ਲਾਉਂਦੀ ਆ ਕਿ ਜੀ ਡਾਈਵਰਸੀਫਾਈ ਕਰੋ, ਆਹ ਲਾਓ। ਸੈਕੰਡਲੀ ਹੁਣ ਵੈਸੇ ਜਿਹੜੇ ਜ਼ਿਮੀਂਦਾਰ ਲੜ ਰਹੇ ਆ ਕਿ ਵੀ ਅਗਰ ਕੋਈ ਅਦਰ ਕ੍ਰੌਪ ਲਾਉਂਦੇ ਆ ਤੇ ਉਹਦਾ ਕੋਈ ਅਸ਼ੋਰਡ ਰੇਟ ਨਹੀਂ ਹੈਗਾ ਜੀ। ਜਿਵੇਂ ਹੁਣ ਇੱਕ ਆਲਟਰਨੇਟਿਵ ਕ੍ਰੌਪ ਮੱਕੀ ਆ, ਮੱਕੀ ਦਾ ਵੀ ਕੋਈ ਰੇਟ ਨਹੀਂ ਹੈ ਮਾਰਕੀਟ 'ਚ। ਉਹ ਕਦੇ 1000 ਰੁਪਏ ਵਿਕਦੀ ਆ, ਕਦੇ 2000 ਰੁਪਏ ਵਿਕਦੀ ਆ। ਫਾਰਮਰ ਨੂੰ ਇੱਕ ਅਸ਼ੋਰਡ ਇਨਕਮ ਹੋਣੀ ਚਾਹੀਦੀ ਹੈ ਜੀ। ਚਲੋ ਇਹ ਤਾਂ ਸਾਡਾ ਵੀ ਇਹੀ ਹਾਲ ਹੁੰਦਾ। ਅਸੀਂ ਵੀ ਸ਼ੁਰੂ 'ਚ 2-4 ਸਾਲ ਬੜੇ ਧੱਕੇ ਖਾਦੇ, ਜਦੋਂ ਸਾਡੇ ਕੋਲ ਮਾਰਕੀਟ ਹੈ ਨਹੀਂ ਸੀ, ਸਾਡੀ ਕੋਈ ਵਿਕਦੀ ਨਹੀਂ ਸੀ ਚੀਜ਼। ਫਿਰ ਹੌਲੀ ਹੌਲੀ ਆਪਣੇ ਬਲਬੂਤੇ ਤੇ ਮਾਰਕੀਟ ਬਣਾਈ ਆ ਜੀ, ਕਰ ਰਹੇ ਆ, ਤਾਂ ਇਸ ਲੈਵਲ ਤੇ ਪਹੁੰਚੇ ਆ। ਇਹ ਗਵਰਨਮੈਂਟ ਦੀ ਵੀ ਹੈਲਪ ਹੋਣਾ ਬਹੁਤ ਜ਼ਰੂਰੀ ਹੈ ਜੀ। ਬੇਸ਼ੱਕ ਡਾਈਵਰਸੀਫਾਈ ਕਰਾ ਰਹੇ ਆ, ਬਟ ਕੋਈ ਵੀ ਚੀਜ਼ ਆ, ਬੇਸ਼ੱਕ ਮੇਰੇ ਕੋਲ ਹੁਣ ਪਲਾਂਟੇਸ਼ਨ ਆ ਜੀ, ਬਾਕੀ ਕਾਫੀ ਲੱਗੀ ਹੋਈ 25-30 ਏਕੜ ਮੇਰੇ ਕੋਲ ਪਲਾਂਟੇਸ਼ਨ ਆ, ਬਸ ਸਾਡੇ ਕੋਲ ਕੋਈ ਅਸ਼ੋਰਡ ਰੇਟ ਹੈ ਨਹੀਂ ਕਿ ਪੌਪਰ ਦਾ ਕੀ ਰੇਟ ਆ ਜਾਂ ਸਫੇਦੇ ਦਾ ਕੀ ਰੇਟ ਆ। ਅੱਜ ਰੇਟ 600 ਵੀ ਆ ਜਾਂਦਾ, 800 ਵੀ ਚਲੇ ਜਾਂਦਾ, ਕਦੇ ਡਿਮਾਂਡ ਸਪਲਾਈ ਨਾਲ ਚੱਲਦਾ। ਅਸ਼ੋਰਡ ਰੇਟ ਨਹੀਂ ਹੈਗਾ ਅੱਜ ਕਿ ਵੀ ਅਗਰ ਮੈਂ ਅੱਜ ਸਫੇਦਾ ਲਾਉਣਾ ਜਾਂ ਪੌਪਰ ਲਾਉਣਾ ਮੈਨੂੰ 5 ਸਾਲ ਬਾਅਦ ਆ ਰੇਟ ਮਿਲੇਗਾ, ਨਹੀਂ, ਇਹ ਨਹੀਂ ਪਤਾ। ਤਾਂ ਕੁਝ ਜਿਵੇਂ ਕਣਕ ਤੇ ਝੋਨੇ ਤੁਸੀਂ ਵੀ ਦੱਸ ਰਹੇ ਹੋ, ਫਰਕ ਤਾਂ ਹੈਗਾ ਹੀ ਹੈ। ਇੱਕ ਜ਼ਿੰਦਗੀ ਜਿਉਣ ਦੇ ਵਿੱਚ ਵੀ ਫਰਕ ਪੈ ਜਾਂਦਾ, ਬੰਦੇ ਦਾ ਇੱਕ ਨਜ਼ਰੀਆ ਵੀ ਕਿਸਾਨੀ ਨੂੰ ਲੈ ਕੇ ਬਦਲਦਾ ਹੈ। ਟੈਕਨੀਕਲ ਹਾਈ ਟੈਕ ਕਿਸਾਨੀ ਹੋ ਜਾਂਦੀ ਥੋੜੀ, ਬੜਾ ਨਜ਼ਰੀਆ ਬਦਲਦਾ ਹੈ ਜੀ। ਐਕਸਪੋਜ਼ਰ ਬਹੁਤ ਜ਼ਰੂਰੀ ਹੁੰਦਾ ਔਰ ਬਹੁਤ ਹੋ ਜਾਂਦਾ ਇਹਦੇ ਨਾਲ। ਤੁਹਾਨੂੰ ਵੱਖ-ਵੱਖ ਬੰਦਿਆਂ ਨਾਲ ਗੱਲ ਕਰਨ ਦੀ, ਮਿਲਣ ਦੀ ਲੋੜ ਪੈਂਦੀ ਆ। ਸਵੇਰੇ ਉੱਠਦੇ ਹੋ ਤੁਹਾਨੂੰ ਵਪਾਰੀ ਨਵੇਂ ਤੋਂ ਨਵਾਂ ਮਿਲਦਾ ਜੀ, ਫੋਨ ਆ ਜਾਂਦਾ, ਰੇਟਸ ਪਤਾ ਲੱਗਦੇ ਨੇ। ਤੁਸੀਂ ਇੱਥੋਂ ਲੈ ਕੇ ਬੰਗਲੌਰ ਤੱਕ ਗੱਲ ਕਰਦੇ ਹੋ ਜੀ ਰੋਜ਼। ਜਿਹੜਾ ਕਣਕ ਝੋਨੇ ਵਾਲਾ, ਉਹਨੇ ਤਾਂ ਕਣਕ ਬੀਜ ਲਈ, ਉਹਨੇ ਸਿਰਫ ਜਾ ਕੇ ਜਿੱਦਣ ਉਹਦੀ ਕਣਕ ਪੱਕਣੀ ਹੈ ਉਦੋਂ ਜਾ ਕੇ ਆੜਤੀ ਨੂੰ ਵੀ ਫੋਨ ਕਰਨਾ ਵੀ ਟਰਾਲੀ ਲਿਆਵਾਂ ਕਿ ਨਹੀਂ ਲਿਆਵਾਂ, ਡੈਟਸ ਇਟ। ਉਹਦੀ ਪਹੁੰਚ ਉੱਥੇ ਤੱਕ ਹੈ। ਇਸ ਤਰ੍ਹਾਂ ਹੀ ਝੋਨੇ 'ਚ ਉਹ ਤੀਜੇ ਬੰਦੇ ਨੂੰ ਜਾਣਦਾ ਹੀ ਨਹੀਂ, ਨਾ ਉਹ ਕਿਸੇ ਹਾਰਟੀਕਲਚਰ ਨੂੰ ਜਾਣੇ, ਨਾ ਕੋਈ ਹੋਰ ਜਾਣੇ। ਉਹਦੇ ਵਾਸਤੇ ਤਾਂ ਅਗਰ ਉਹਨੇ ਕਣਕ ਝੋਨੇ ਵਾਲੇ ਨੇ ਅਗਰ ਕੋਈ 4 ਫਰੂਟ ਦੇ ਬੂਟੇ ਵੀ ਲਾਉਣੇ ਆ ਨਾ, ਉਹਦੇ ਵਾਸਤੇ ਵਕਤ ਖੜਾ ਹੋ ਜਾਂਦਾ ਕਿ ਮੈਂ ਕਿੱਥੋਂ ਲਿਆਵਾਂ, ਕਿਹੜੇ ਲਾਵਾਂ। ਸੋਚ ਹੈ ਨਹੀਂ ਜੀ ਉੱਥੇ ਤੱਕ, ਐਕਸਪੋਜ਼ਰ ਨਹੀਂ ਹੈਗਾ, ਉਹ ਬਹੁਤ ਜ਼ਰੂਰੀ ਹੈ। ਅੱਛਾ, ਆਖਰੀ ਸਵਾਲ ਲਾਉਂਗਾ। ਮਾਲਾਮਾਲ ਹੋਏ ਹੋ ਫਸਲ ਦੇ ਵਿੱਚ, ਮਿਹਨਤ ਕਰਕੇ ਇੱਕ ਕਿਸਾਨ ਦੇ ਮਨ ਦੀ ਖੁਸ਼ੀ ਵੀ ਹੁੰਦੀ ਹੈ ਵੀ ਹਾਂ ਮੈਂ ਇਹ ਕਾਸ਼ਤ ਕੀਤੀ ਸੀ, ਇੱਕ ਦਿਨ ਮੈਂ ਇੱਕ ਪੌਦੇ ਤੋਂ ਸ਼ੁਰੂ ਕੀਤਾ ਸੀ ਜਾਂ 1 ਏਕੜ ਤੋਂ ਸ਼ੁਰੂ ਕੀਤਾ ਸੀ, ਪਰ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਮਿਹਨਤ ਨੂੰ ਭਾਗ ਲੱਗਾ ਔਰ ਮੈਂ ਮਾਲਾਮਾਲ ਹੋਇਆ। ਬਿਲਕੁਲ ਜੀ, ਬਿਲਕੁਲ ਹੋਇਆ। ਇਸੇ ਤੋਂ ਜੋ ਤੁਸੀਂ ਦੇਖ ਰਹੇ ਹੋ, ਮੈਂ ਜੋ ਫਾਰਮ ਆ ਮੇਰਾ ਹੈ ਡਿਵੈਲਪ ਕਰ ਰਿਹਾ। ਮੇਰੇ ਕੋਲ 35 ਏਕੜ ਜ਼ਮੀਨ ਆ ਜੀ ਟੋਟਲ ਇੱਥੇ, ਤੇ ਮੇਰੇ ਕੋਲ ਸਿਰਫ 6 ਏਕੜ ਵਡ ਏਰੀਆ, ਮੈਂ 1.5 ਏਕੜ ਹੋਰ ਲਗਾ ਰਿਹਾ ਜੀ ਇਸ ਸਾਲ। ਅੱਛਾ ਜੀ। ਨੈਟ ਹਾਊਸ ਮੇਰੀ ਕੰਸਟਰਕਸ਼ਨ ਸ਼ੁਰੂ ਆ, ਤੇ ਹੋਰ ਵਧਾਵਾਂਗੇ, ਰੱਬ ਸੁੱਖ ਰੱਖੇ, ਠੀਕ ਠਾਕ ਇਦਾਂ ਹੀ ਚੱਲਦਾ ਰਹੇ। ਇਹ ਵੀ ਕਰਨਾ, ਬਾਕੀ ਇਹਦੇ 'ਚੋਂ ਹੀ ਸਾਰਾ ਕੁਝ ਕੱਢ ਰਹੇ ਆ ਜੀ। ਔਰ ਕਣਕ ਝੋਨੇ ਨਾਲੋਂ ਬਹੁਤ ਅੱਗੇ ਆ ਜੀ, ਕਣਕ ਝੋਨੇ ਵਾਲੇ ਤਾਂ ਸੋਚ ਵੀ ਨਹੀਂ ਸਕਦੇ। ਅੱਛਾ, ਇੱਕ ਆਖਰੀ ਸਵਾਲ ਹੋਰ ਲੈਣੇ, ਕਿੱਲੇ ਤੋਂ ਕਿੰਨਾ ਕੁ ਜਿਹੜਾ ਇਹ ਨਿਕਲ ਆਉਂਦੀ ਹੈ ਸ਼ਿਮਲਾ ਮਿਰਚ ਦੀ ਗੱਲ ਕਰੀਏ? ਪਰ ਤੁਸੀਂ ਬਾਈ ਵੇਟ ਪੁੱਛ ਰਹੇ ਹੋ ਜੀ। ਵੇਟ ਤਕਰੀਬਨ ਜੀ ਜਿਹੜੀ ਕਲਰਡ ਹੈਗੀ ਆ ਉਹ ਸਾਡੀ 200 ਕੁਇੰਟਲ ਦੇ ਐਵਰੇਜ, 200 ਤੋਂ 250 ਕੁਇੰਟਲ
ਚਲੇ ਜਾਂਦੀ ਆ। ਅਗਰ ਇਹਨੂੰ ਅਸੀਂ ਗ੍ਰੀਨ ਤੋੜੀਏ ਤੇ ਇਹੀ 350 ਕੁਇੰਟਲ ਨਿਕਲ ਜਾਂਦੀ ਹੈ ਜੀ। ਅੱਛਾ ਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਔਰ ਕਿਸਾਨ ਭਰਾਵਾਂ ਨੂੰ ਕੋਈ ਸੁਨੇਹਾ ਮੈਸੇਜ ਕੋਈ ਦੇਣਾ ਚਾਹੁੰਦੇ ਹੋ? ਮੈਸੇਜ ਇਹੀ ਆ ਜੀ ਕਿ ਮੈਂ ਕਹੂੰਗਾ ਜੀ ਡਾਈਵਰਸੀਫਾਈ ਕਰਨਾ ਚਾਹੀਦਾ। ਬੇਸ਼ੱਕ ਕਿਸੇ ਕੰਮ 'ਚ ਕਰੋ, ਪਰ ਥੋੜੇ ਤੋਂ ਸ਼ੁਰੂ ਕਰੋ। ਮੈਂ ਵੀ ਬਹੁਤ ਥੋੜੇ ਤੋਂ, ਮੈਂ 2 ਕਨਾਲਾਂ ਤੋਂ ਸ਼ੁਰੂ ਕੀਤਾ ਸੀ ਜੀ 2008 'ਚ। ਕਰਦੇ ਕਰਦੇ ਵਧਿਆ, ਇਹ ਨਹੀਂ ਕਿ ਮੈਂ ਇੱਕਦਮ ਲਾ ਲਿਆ। ਕੋਈ ਵੀ ਆ, ਬੇਸ਼ੱਕ ਤੁਸੀਂ ਡੇਅਰੀ ਸ਼ੁਰੂ ਕਰਨਾ, ਗ੍ਰੀਨ ਹਾਊਸ ਲਾਉਣੇ ਆ, ਕੋਈ ਵੀ ਛੋਟੇ ਮਸ਼ਰੂਮ ਦਾ ਕੰਮ ਆ, ਮੇਰੇ ਕੋਲ ਮਸ਼ਰੂਮ ਵੀ ਸ਼ੁਰੂ ਕਰ ਰਿਹਾ ਮੈਂ ਜੀ, ਥੋੜਾ ਉਹ ਵੀ ਕਰ ਰਿਹਾ, ਬਟ ਮੈਂ ਸਮਾਲ ਸਕੇਲ ਤੇ ਕਰ ਰਿਹਾ। ਹੌਲੀ ਹੌਲੀ ਵਧਾਊਂਗਾ। ਐਕਸਪੀਰੀਅੰਸ ਲਓ, ਪ੍ਰੋਪਰ ਉਹਦੀ ਗਾਈਡੈਂਸ ਹੋਣੀ ਚਾਹੀਦੀ ਹੈ ਜੀ ਹਰ ਕੰਮ ਦੀ। ਇਹ ਨਹੀਂ ਹੈਗਾ ਕਿ ਜੀ ਤੁਸੀਂ ਪਹਿਲਾਂ ਹੀ ਖੜੇ ਪੈਰ ਜੀ 50 ਲੱਖ ਰੁਪਈਆ ਖਰਚ ਦਿਓ ਜੀ ਕਿ ਜੀ ਉਹ ਉਸ ਕੰਡੀਸ਼ਨ 'ਚ ਨਾ ਆਓ ਬੰਦਾ, ਫਿਰ ਘਾਟਾ ਹੀ ਹੋਣਾ ਜੀ। ਪਹਿਲਾਂ ਸਿੱਖੋ ਕੰਮ ਨੂੰ ਤੁਸੀਂ। ਉਹਦੀ ਇੱਕ ਕੋਈ ਵੀ ਕ੍ਰੌਪ ਆ, ਉਹਦਾ ਐਟਮੋਸਫੀਅਰ ਦੇਖਣਾ ਪੈਂਦਾ ਜੀ, ਇੱਥੇ ਦੇਖਣਾ ਪੈਂਦਾ ਜ਼ਮੀਨ ਤੁਹਾਡੀ ਉਹ ਸੂਟ ਕਰਦੀ ਹੈ ਨਹੀਂ ਕਰਦੀ। ਹੁਣ ਇੱਥੇ ਪਤਾ ਲੱਗਾ ਜੀ ਜ਼ਮੀਨ ਤਾਂ ਹੈਗੀ ਹੈ ਝੋਨੇ ਵਾਲੀ, ਲਾ ਲਓ ਇਹਦੇ 'ਚ ਸ਼ਿਮਲਾ ਮਿਰਚ ਤੇ ਜਾਂ ਇਹਦੇ 'ਚ ਪਾਪੜ ਦਾ ਬੂਟਾ ਕੱਢ ਦਿਓ, ਤੇ ਕਈ ਵਾਰ ਉਹ ਨਹੀਂ ਹੁੰਦਾ ਜੀ। ਉਸ ਚੀਜ਼ ਨੂੰ ਐਕਸਪੀਰੀਅੰਸ ਚਾਹੀਦਾ ਜੀ। ਪਹਿਲਾਂ ਦੇਖੋ, ਟਰਾਇਲ ਕਰੋ ਜੀ। 1 ਸਾਲ ਟਰਾਇਲ ਕਰ ਲਓ, ਫਿਰ ਅਗਲੇ ਸਾਲ ਹੋਰ ਵਧਾ ਲਓ, ਫਿਰ ਵਧਾ ਲਓ ਜੀ। ਈਜ਼ੀ ਵੀ ਹੋ ਜਾਂਦਾ ਹੈ ਤੇ ਸੌਖਾ ਵੀ ਰਹਿੰਦਾ ਜੀ, ਕਾਮਯਾਬੀ ਵੀ ਮਿਲਦੀ ਹੈ ਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸੰਧੂ ਸਾਹਿਬ ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਵਿੱਚ ਤੁਹਾਨੂੰ ਪੋਲੀ ਹਾਊਸ ਕੈਪਸਿਕਮ ਜਿਹੜੀ ਹੈ ਉਸ ਦੀ ਕਾਸ਼ਤ ਦੇ ਬਾਰੇ ਦੱਸਿਆ ਹੈ ਵੀ ਕਿੱਥੋਂ ਹਾਲੈਂਡ ਤੋਂ ਬੀ ਲਿਆਂਦਾ ਔਰ ਕਿਵੇਂ ਇਸ ਦੀ ਕਾਸ਼ਤ ਸ਼ੁਰੂ ਕੀਤੀ, ਕਿੰਨੀ ਮਿਹਨਤ ਆਉਂਦੀ ਹੈ, ਕਿੰਨਾ ਇਹਦੇ ਉੱਤੇ ਖਰਚ ਲੱਗਦਾ ਔਰ ਮੁਨਾਫਾ ਕਿੰਨਾ ਹੈ। ਤਾਂ ਵੱਡੀ ਗੱਲ ਇਹ ਹੈ ਵੀ ਇੱਕ ਰਿਸਕ ਦੀ ਜਿਹੜੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਵੀ ਇਹੀ ਸੁਝਾਅ ਦਿੱਤਾ ਕਿਸਾਨ ਭਰਾਵਾਂ ਨੂੰ ਵੀ ਇਸ ਨੂੰ ਥੋੜ੍ਹੇ ਪੱਧਰ 'ਤੇ ਸ਼ੁਰੂ ਕਰ ਲਓ। ਕਨਾਲ 2 ਕਨਾਲ ਤੋਂ ਇੱਕ ਪੋਲੀ ਹਾਊਸ ਲਗਾ ਕੇ ਤੁਸੀਂ ਸ਼ੁਰੂਆਤ ਕਰ ਸਕਦੇ ਹੋ। ਔਰ ਕੁਆਲਿਟੀ ਦੇ ਉੱਤੇ ਜੇਕਰ ਤੁਸੀਂ ਗੌਰ ਕਰੋਗੇ, ਚੰਗੀ ਇਹਦੀ ਜਾਣਕਾਰੀ ਰੱਖ ਕੇ ਇਸ ਦੀ ਕਾਸ਼ਤ ਕਰੋਗੇ ਤਾਂ 1 ਕਿੱਲੇ ਦੇ ਵਿੱਚੋਂ ਤੁਹਾਨੂੰ ਖਰਚਾ ਕੱਢ ਕੇ 10 ਲੱਖ ਰੁਪਏ ਤੱਕ ਦਾ ਮੁਨਾਫਾ ਵੀ ਹੋ ਸਕਦਾ ਹੈ। ਹਾਲਾਂਕਿ ਇਹ ਡਿਪੈਂਡ ਕਰਦਾ ਹੈ ਵੀ ਦੇਸ਼ ਦੇ ਵਿੱਚ ਜਾਂ ਸੂਬੇ ਦੇ ਵਿੱਚ ਹਾਲਾਤ ਕਿੱਦਾਂ ਦੇ ਨੇ। ਜੇ ਪਿਛਲੇ 2 ਸਾਲਾਂ ਦੀ ਗੱਲ ਕੀਤੀ ਜਾਵੇ, ਮਾਫ ਕਰਨਾ, ਜਿਹੜੇ ਕੋਵਿਡ ਜਿੰਨਾ ਵੀ ਸਮਾਂ ਰਿਹਾ ਤਾਂ ਉਸ ਸਮੇਂ ਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਹਰ ਵਪਾਰ ਦੇ ਉੱਤੇ ਅਸਰ ਹੋਇਆ ਇਸ ਦਾ, ਤਾਂ ਜ਼ਿਮੀਂਦਾਰੀ ਦੇ ਉੱਤੇ, ਕਿਸਾਨੀ ਦੇ ਉੱਤੇ ਵੀ ਅਸਰ ਹੋਇਆ। ਪਰ ਜਦੋਂ ਆਮ ਰੂਟੀਨ ਚੱਲਦੀ ਹੈ ਤਾਂ ਉਸ ਦੇ ਵਿੱਚ ਜੇ ਸ਼ਿਮਲਾ ਮਿਰਚ ਜਿਹੜੀ ਇਹ ਵੈਰਾਈਟੀ ਹੈ ਹਾਲੈਂਡ ਦੀ, ਇਸ ਦੀ ਕਾਸ਼ਤ ਕਰਦੇ ਹੋ ਤਾਂ 1 ਕਿੱਲੇ ਦੇ ਵਿੱਚੋਂ 10 ਲੱਖ ਰੁਪਏ ਤੁਹਾਨੂੰ ਮੁਨਾਫਾ ਵੀ ਹੋ ਸਕਦਾ ਹੈ। ਪਰ ਸੁਝਾਅ ਇਹੀ ਹੈ ਕਿ ਇਸ ਦੀ ਪਹਿਲਾਂ ਪ੍ਰੋਪਰ ਜਾਣਕਾਰੀ ਲਓ ਔਰ ਇਸ ਨੂੰ ਬਹੁਤ ਛੋਟੇ ਪੱਧਰ ਤੋਂ ਸ਼ੁਰੂਆਤ ਕਰੋ ਤਾਂ ਜੋ ਤੁਹਾਡੀ ਰਿਸਕ ਜਿਹੜਾ ਹੈ ਉਹ ਘੱਟ ਹੋ ਸਕੇ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV।